श्री नानक पाग पंकज बंदन पाग पंकज बंदन सिमरो अंगद दुख निकंदन अमरदास गुर हृदय ध्यानो हृदय ध्यानो श्री गुरु रामदास गुण गावो श्री अर्जन विघ्नन के नाशक विघ्नन के नाशक हर गोविंद सुख मत प्रकाशक श्री हर राय नमो कर जोरी नमो कर जोरी श्री हरि कृष्ण मनाए बहोरी तेग बहादुर परम कृपाला गुर परम कृपाला श्री गुरु गोविंद सिंह विशाला तरों तरा पर पुन पुन सीसा जी पुन पुन सीसा बंदम बार बार जगदीशा जिसमें अमृत ज्ञान है मालिक भगत वैराग श्री गुरु ग्रंथ साहिब उदद बंधु कर अनुराग एक ओंकार सतगुरु तेरे प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सतनाम श्री वाहिगुरु साहिब जी लश्कर परे करे अरे छुटी तो मगन नभ रब परे धूम धार बसरी एक बारी नह दीखत दृगपान सपा पखारी लश्कर परे करे अर अरे वाहिगुरु जी का खालसा वाहिगुरु जी की फतेह। दसां पातशाहियां दी जोत तख्त चौल शतर दे मालक धन श्री गुरु ग्रंथ साहिब जी महाराज सतगुरां दी अपर अपार बख्शिश रहमत दा सदका जगत गुरु धन धन श्री गुरु नानक देव साहिब जी महाराज सतगुरां दे पावने स्थान गुरुद्वारा श्री बेर साहिब जी विखे सजे हुए सुंदर दीवान की हाजरी भर रही गुरु की साजी बाजी हुई साध संगत जीओ सतगुरां ने कृपा की है सत संगत का अमोलक सुभागा समा बख्शिया है। लड़ीवार रूप विच दशमेश पातशाह धन श्री गुरु गोबिंद सिंह साहब जी महाराज जी का पावनी इतिहास सरवण कर रहे हैं। जिवें महाराज साहब जी अपने खालसे फौजां दे समेत
ਦੱਖਣ ਨੂੰ ਜਾ ਰਹੇ ਹਨ। ਇਹ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਉਦੈਪੁਰ ਦੇ ਇਲਾਕੇ ਵਿੱਚ ਜੋ ਬਘੌਰ ਸ਼ਹਿਰ ਹੈ ਉਹਦੇ ਤੋਂ ਅੱਗੇ ਮਹਾਰਾਜ ਸਾਹਿਬ ਜੀ ਜਾ ਚੁੱਕੇ ਸਨ। ਜਿਸ ਵੇਲੇ ਉੱਥੇ ਪਹੁੰਚੇ ਸੀ ਉਸ ਥਾਂ ਤੇ ਮਹਾਰਾਜ ਸਾਹਿਬ ਜੀ ਨੂੰ ਆ ਕਰਕੇ ਖਬਰ ਮਿਲੀ ਕਿ ਔਰੰਗਜ਼ੇਬ ਬਾਦਸ਼ਾਹ ਗੁਰੂ ਸਾਹਿਬ ਜੀ ਦਾ ਜ਼ਫ਼ਰਨਾਮਾ ਪੜ੍ਹ ਕਰਕੇ ਮਰ ਗਿਆ ਹੈ, ਸੰਸਾਰ ਨੂੰ ਕੂਚ ਕਰ ਗਿਆ ਹੈ। ਔਰ ਉੱਥੇ ਹੀ ਫਿਰ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਭੇਜ ਕਰਕੇ ਮਹਾਰਾਜ ਸਾਹਿਬ ਜੀ ਤੋਂ ਮਦਦ ਮੰਗੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ, ਮੇਰੀ ਮਦਦ ਕਰੋ, ਮੇਰੀ ਸਹਾਇਤਾ ਕਰੋ ਕਿ ਮੇਰੇ ਭਰਾ ਤਾਰਾ ਆਜ਼ਮ ਨੇ ਦਿੱਲੀ ਦੀ ਬਾਦਸ਼ਾਹੀ ਪ੍ਰਾਪਤ ਕਰ ਲਈ ਹੈ ਜੋ ਮੇਰੀ ਜਾਨ ਨੂੰ ਵੀ ਖਤਰਾ ਹੈ। ਔਰੰਗਜ਼ੇਬ ਦੇ ਸਾਧ ਸੰਗਤ ਜੀ 5 ਪੁੱਤਰ ਸਨ ਤੇ 4 ਪੁੱਤਰੀਆਂ ਸੀ ਔਰੰਗਜ਼ੇਬ ਦੀ। ਉਹਨਾਂ 5 ਦੇ ਵਿੱਚੋਂ 2 ਇਹ ਸੀ, ਇੱਕ ਬਹਾਦਰ ਸ਼ਾਹ ਤੇ ਇੱਕ ਤਾਰਾ ਆਜ਼ਮ। ਤਾਰਾ ਆਜ਼ਮ ਦਾ ਦੂਸਰਾ ਨਾਮ ਆਜ਼ਮ ਸ਼ਾਹ ਵੀ ਲਿਖਿਆ ਹੈ ਇਤਿਹਾਸਕਾਰ। ਤਾਂ ਇਹ ਤਾਰਾ ਆਜ਼ਮ ਦੇ ਕੋਲੇ ਹੀ ਹੁਣ ਦਿੱਲੀ ਦਾ ਰਾਜ, ਦਿੱਲੀ ਦੇ ਰਾਜ ਤੇ ਬੈਠਾ ਹੈ। ਪਿਤਾ ਦੀ ਮੌਤ ਤੋਂ ਬਾਅਦ ਔਰੰਗਜ਼ੇਬ ਦੇ ਮਰਨ ਤੋਂ ਮਗਰੋਂ 22 ਇਲਾਕੇ ਦੇ ਕੋਲੇ ਫੌਜਾਂ, 10,000 ਵੱਡੀਆਂ ਤੋਪਾਂ, 50,000 ਛੋਟੀਆਂ ਤੋਪਾਂ, ਤਾਂ ਹੋਰ ਜਿਹੜੇ ਆ ਅਸਲਾ ਜੋ ਹਥਿਆਰ ਉਹ ਵੀ ਅਨੇਕਾਂ। ਤੇ ਬਹਾਦਰ ਸ਼ਾਹ ਨੇ ਜਦੋਂ ਮਹਾਰਾਜ ਸਾਹਿਬ ਤੋਂ ਮਦਦ ਮੰਗੀ ਅਤੇ ਕਲਗੀਧਰ ਪਾਤਸ਼ਾਹ ਜੀ ਨੇ ਜਿਵੇਂ ਭਾਈ ਨੰਦ ਲਾਲ ਨੂੰ ਆਖਿਆ ਕਿ ਸਾਡਾ ਇੱਕ ਸਵਾਲ ਇਹ ਹੱਲ ਕਰੇ ਕਿ ਇੱਕ ਬਚਨ ਇਹ ਸਾਡਾ ਮੰਨੇ, ਬਚਨ ਦਵੇ ਸਾਨੂੰ ਵੀ ਇੱਕ ਸਵਾਲ ਜਿਹੜਾ ਉਹ ਸਾਡਾ ਪੂਰਾ ਕਰੇਗਾ ਕਿ ਅਸੀਂ ਇਹਦੀ ਮਦਦ ਕਰਾਂਗੇ। ਨਾਲੇ ਵੀ ਇਹ ਗੁਰੂ ਘਰ ਦੀ ਸ਼ਰਨ ਵਿੱਚ ਪਿਆ, ਉਹਨੇ ਤਰਲਾ ਪਾਇਆ, ਇਹਨੇ ਬੇਨਤੀ ਕੀਤੀ ਵੀ ਮੈਂ ਹਾਂ ਸਵਾਲ ਮੰਨਾਂਗਾ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਜਿਵੇਂ ਭਾਈ ਧਰਮ ਸਿੰਘ ਨੂੰ ਨਾਲ 5 ਸਿੰਘ ਦੇ ਕੇ ਭੇਜਿਆ ਵੀ ਜਾਓ ਬਹਾਦਰ ਸ਼ਾਹ ਦੇ ਨਾਲ ਮਿਲ ਕਰਕੇ ਜੇ ਉਹਦੀ ਜਿੱਤ ਕਰਾਓ ਤੇ ਅਸੀਂ ਵੀ ਆਵਾਂਗੇ, ਜੰਗ ਹੁੰਦੇ ਦੇ ਵਿੱਚ ਅਸੀਂ ਆ ਜਾਵਾਂਗੇ ਤੇ ਤਾਰੇ ਆਜ਼ਮ ਨੂੰ ਅਸੀਂ ਆਪ ਆ ਕੇ ਮਾਰਾਂਗੇ। ਹੁਣ ਇਹ 6 ਸਿੰਘ ਭੇਜੇ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਭਾਈ ਨੰਦ ਲਾਲ ਜੀ ਦੇ ਨਾਲ, ਭਾਈ ਧਰਮ ਸਿੰਘ ਜੀ ਤੇ 5 ਸਿੰਘ ਹੋਰ ਉਹ ਆ ਗਏ ਆ। ਇਹ ਬਹਾਦਰ ਸ਼ਾਹ ਆਪਣੀਆਂ ਫੌਜਾਂ ਲੈ ਕਰਕੇ ਚੜਿਆ, ਉਧਰੋਂ ਤਾਰਾ ਆਜ਼ਮ ਵੀ ਆਪਣੀਆਂ ਫੌਜਾਂ ਲੈ ਕਰਕੇ ਚੜਿਆ। ਤਾਂ ਚੰਬਲ ਨਦੀ ਦੇ ਉੱਤੇ ਇਹਨਾਂ ਦੋਨਾਂ ਦਾ ਆਪਸ ਵਿੱਚ ਮੇਲ ਮਿਲਾਪ ਹੋ ਜਾਂਦਾ। ਇਹ ਆਗਰੇ ਦੇ ਇਲਾਕੇ ਦੇ ਵਿੱਚ ਫਿਰ ਇਹਨਾਂ ਦਾ ਆਪਸ ਦੇ ਵਿੱਚ ਜੋ ਜਾਜੂ ਨਾਮ ਦਾ ਟਿਕਾਣਾ ਲਿਖਿਆ ਹੈ ਧੌਲਪੁਰ ਦੇ ਪਾਸ, ਇਹ ਜਾਜੂ ਦੇ ਟਿਕਾਣੇ ਤੇ ਚੰਬਲ ਨਦੀ ਦੇ ਉੱਤੇ ਫਿਰ ਦੋਨਾਂ ਫੌਜਾਂ ਦਾ ਆਪਸ ਦੇ ਵਿੱਚ ਯੁੱਧ ਸ਼ੁਰੂ ਹੁੰਦਾ ਹੈ। ਇੱਥੋਂ ਤੀਕ ਆਪਾਂ ਪ੍ਰਸੰਗ ਸਾਧ ਸੰਗਤ ਜੀ ਸਰਵਣ ਕੀਤਾ। ਜਿਵੇਂ ਬਹਾਦਰ ਸ਼ਾਹ ਇਹ ਆਪਣੇ ਭਰਾ ਤਾਰਾ ਆਜ਼ਮ ਦੇ ਨਾਲ ਯੁੱਧ ਕਰਦਾ ਹੈ ਦਿੱਲੀ ਦਾ ਰਾਜ ਪ੍ਰਾਪਤ ਕਰਨ ਵਾਸਤੇ, ਕਿਵੇਂ ਦੋਵਾਂ ਪਾਸੇ ਦੀਆਂ ਫੌਜਾਂ ਆਪਸ ਦੇ ਵਿੱਚ ਜੰਗ ਯੁੱਧ ਕਰਦੀਆਂ, ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਕਰਕੇ ਬਹਾਦਰ ਸ਼ਾਹ ਦੀ ਮਦਦ ਕਰਨਗੇ, ਕਿਉਂਕਿ ਇਹਨੇ ਬੇਨਤੀ ਕੀਤੀ ਆ ਗੁਰੂ ਘਰੇ, ਇਹਨੇ ਤਰਲਾ ਪਾਇਆ ਵਾ ਵੀ ਮੇਰੀ ਸਹਾਇਤਾ ਕੀਤੀ ਜਾਵੇ, ਮੇਰੀ ਜਾਨ ਨੂੰ ਖਤਰਾ ਹੈ, ਨਹੀਂ ਤਾਂ ਮੈਂ ਮਾਰਿਆ ਜਾਵਾਂਗਾ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਹਦੀ ਬੇਨਤੀ ਪ੍ਰਵਾਨ ਕਰਕੇ ਕਿ ਅਸੀਂ ਆਵਾਂਗੇ ਤੇ ਤੇਰੀ ਮਦਦ ਕਰਾਂਗੇ। ਤੇ ਨਾਲੇ ਤੈਨੂੰ ਵੀ ਸਾਡਾ ਇੱਕ ਸਵਾਲ ਜਿਹੜਾ ਵਾ ਉਹ ਫਿਰ ਹੱਲ ਕਰਨਾ ਪਵੇਗਾ ਵੀ ਇੱਕ ਬਚਨ ਸਾਡਾ ਪੂਰਾ ਕਰਨਾ ਪਵੇਗਾ। ਤਾਂ ਉਹ ਜਿਵੇਂ ਸਾਧ ਸੰਗਤ ਜੀ ਲੜੀਵਾਰ ਗਾਥਾ ਆ ਰਹੀ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਏ ਹਾਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਸ਼ਕਰ ਕਰੀ ਕਰੀ ਹਰਿ ਹਰਿ। ਇਸ ਤਰ੍ਹਾਂ
ਲਸ਼ਕਰ ਦੇ ਪਰੇ, ਭਾਵ ਲਸ਼ਕਰ ਜਿਹੜੇ ਹਨ ਉਹਨਾਂ ਦੇ ਜਥੇ ਜਿਹੜੇ ਹਨ ਉਹ ਬਣੇ ਹੋਏ ਆ ਤੇ ਆਪਸ ਦੇ ਵਿੱਚ ਅੜ ਰਹੇ ਹਨ, ਜਾਂ ਇਸੇ ਤਰ੍ਹਾਂ ਫੌਜਾਂ ਦੇ ਆਪਸ ਦੇ ਵਿੱਚ ਜੋ ਮੁਕਾਬਲਾ ਸ਼ੁਰੂ ਹੋ ਚੁੱਕਾ ਹੈ ਤੇ ਇੱਕ ਦੂਸਰੇ ਦੇ ਨਾਲ ਅੜ ਗਏ ਹਨ। ਤੇ ਤੋਪਾਂ ਬਹੁਤੀਆਂ ਚੱਲੀਆਂ ਉਸ ਮੌਕੇ। ਤਾਰਾਜਨ ਦੀ ਫੌਜ ਵੱਲੋਂ ਇਧਰੋਂ ਬਹਾਦਰ ਸ਼ਾਹ ਵਾਲੇ ਪਾਸਿਓਂ, ਤੇ ਆਕਾਸ਼ ਬਹੁਤ ਜ਼ਿਆਦੀ ਆਵਾਜ਼ ਦੇ ਨਾਲ ਭਰ ਗਿਆ ਹੈ ਤੇ ਧੂਏ ਦੀ ਧਾਰਾ ਹੀ ਕਹਿੰਦੇ ਇੱਕੇ ਵਾਰੀ ਫਸਰ ਗਈ, ਫੈਲ ਗਈ ਹੈ ਸਾਰੇ ਪਾਸੇ। ਜਦੋਂ ਬਹੁਤੀਆਂ ਤੋਪਾਂ ਜੋ ਗੋਲੇ ਚੱਲੇ ਨਾ ਦੋਹਾਂ ਪਾਸੇ, ਉਧਰੋਂ ਤਾਰਾਜਨ ਦੀ ਫੌਜ ਵਾਲੇ ਬੰਨਿਓ, ਇਧਰੋਂ ਬਹਾਦਰ ਸ਼ਾਹ ਦੀ ਫੌਜ ਵਾਲੇ ਪਾਸਿਓਂ, ਤੇ ਆਕਾਸ਼ ਆਵਾਜ਼ ਨਾਲ ਵੀ ਭਰ ਗਿਆ ਹੈ ਤੇ ਧੂਏ ਦੀ ਧਾਰ ਨਾਲ ਵੀ ਭਰ ਗਿਆ। ਡੰਡ ਰੌਲਾ ਵੀ ਬਹੁਤਾ ਮਚਿਆ ਹੋਇਆ ਹੈ। ਧੂੰਆਂ ਇੰਨਾ ਹੋ ਗਿਆ ਹੈ ਕਹਿੰਦੇ ਵੀ ਉਸ ਵੇਲੇ ਹੱਥ ਪਸਾਰਿਆ ਵੀ ਅੱਖਾਂ ਨਾਲ ਦਿਸਦਾ ਨਹੀਂ ਹੈ। ਤੇ ਜਿਹੜੀਆਂ ਜਮੂਰਨ ਤੋਂ ਭਾਵ ਛੋਟੀਆਂ ਤੋਪਾਂ, ਛੋਟੇ ਜਮੂਰੇ, ਉਹਨਾਂ ਦੀ ਵੀ ਬਹੁਤੀ ਸ਼ਲਕ ਹੋਈ ਹੈ। ਸ਼ਲਕ ਕਹਿੰਦੇ ਇੱਕੇ ਵਾਰੀ ਜ਼ਿਆਦੀਆਂ ਗੋਲੀਆਂ ਚਲਾਉਣੀਆਂ, ਇੱਕੇ ਵਾਰੀ ਇਹ ਬਹੁਤੀਆਂ ਤੋਪਾਂ ਜਿਹੜੀਆਂ ਚਲਾ ਦਿੱਤੀਆਂ, ਤੋਪਾਂ ਦੀਆਂ ਸ਼ਲਖਾਂ ਹੋਈਆਂ ਹਨ ਤੇ ਦੋਵਾਂ ਪਾਸੇ ਲੋਹੇ ਦੀ ਜਾਨੋਂ ਕੇ ਵਰਖਾ ਹੀ ਹੋਣ ਲੱਗ ਪਈ ਹੈ। ਇੰਨੀ ਆਵਾਜ਼ ਹੋ ਰਹੀ ਹੈ, ਵੱਡੀਆਂ ਛੋਟੀਆਂ ਤੋਪਾਂ ਚੱਲਦੀਆਂ ਦੋਵੇਂ ਪਾਸਿਓਂ, ਜਾਨੋ ਲੋਹੇ ਦੀ ਵਰਖਾ ਹੀ ਹੋ ਰਹੀ ਹੈ, ਬਰਸਾਤ ਹੀ ਹੋ ਰਹੀ ਹੈ, ਤੇ ਆਵਾਜ਼ ਇੰਨੀ ਹੈ ਕਿ ਜਾਨੋ ਆਕਾਸ਼ ਟੁੱਟ ਕੇ ਜਿਵੇਂ ਥੱਲੇ ਡਿੱਗ ਪਿਆ ਹੋਵੇ, ਆਕਾਸ਼ ਹੀ ਟੁੱਟ ਕੇ ਜਿਵੇਂ ਥੱਲੇ ਡਿੱਗ ਰਿਹਾ ਹੋਵੇ, ਇੰਨੀ ਆਵਾਜ਼ ਹੋ ਰਹੀ ਹੈ। ਬੜੇ ਭਿਆਨਕ ਆਵਾਜ਼ ਦੇ ਨਾਲ ਧਰਤੀ ਤੇ ਆਕਾਸ਼ ਦੋਵੇਂ ਭਰ ਗਏ ਹਨ। ਦੋਵਾਂ ਪਾਸੇ ਦੀ ਫੌਜ ਮਾਰ ਲਓ, ਮਾਰ ਲਓ, ਮਾਰ ਲਓ ਦੀ ਆਵਾਜ਼ ਕਰ ਰਹੀ ਹੈ। ਇਸ ਤਰ੍ਹਾਂ ਦੋਵਾਂ ਪਾਸੇ ਰੌਲਾ ਮਚਿਆ ਹੋਇਆ ਹੈ। ਇਸ ਤਰ੍ਹਾਂ ਸਾਰਾ ਦਿਨ ਜੰਗ ਮਚਿਆ ਚੰਬਲ ਨਦੀ ਦੇ ਪਾਸ, ਇਹ ਆਗਰੇ ਦੇ ਇਲਾਕੇ ਦੇ ਵਿੱਚ। ਤੇ ਕਈ ਸੂਰਬੀਰ ਇਸ ਜੰਗ ਵਿੱਚ ਮਾਰੇ ਗਏ ਤੇ ਕਈ ਘੋੜੇ ਮਾਰੇ ਗਏ, ਕਿਉਂਕਿ ਜੰਗ ਜਿਹੜੇ ਵੀ ਪਾਸੇ ਦਾ ਹੋਵੇ ਨੁਕਸਾਨ ਤੇ ਦੋਵੇਂ ਪਾਸੇ ਦਾ ਹੀ ਹੁੰਦਾ ਹੈ। ਦੋਵਾਂ ਪਾਸੇ ਦੀਆਂ ਫੌਜਾਂ ਮਾਰੀਆਂ ਜਾਂਦੀਆਂ, ਤਾਂ ਇਸ ਤਰ੍ਹਾਂ ਕਈ ਸੂਰਬੀਰ ਸਿਪਾਹੀ ਮਾਰੇ ਗਏ, ਕਈ ਘੋੜੇ ਇਸ ਜੰਗ ਵਿੱਚ ਮਾਰੇ ਗਏ। ਤਾਰੇ ਆਜਮ ਦੀਆਂ ਫੌਜਾਂ ਵੀ ਮਾਰੀਆਂ ਗਈਆਂ ਕੁਝ, ਤੇ ਬਹਾਦਰ ਸ਼ਾਹ ਦੀਆਂ ਫੌਜਾਂ ਵੀ ਮਾਰੀਆਂ ਗਈਆਂ। ਜਦੋਂ ਸੂਰਜ ਅਸਤ ਹੋ ਗਿਆ ਤੇ ਜੰਗ ਸਮਾਪਤ ਹੋ ਗਿਆ, ਇੱਕ ਵਾਰੀ ਰੁਕ ਗਿਆ, ਦੋਵੇਂ ਪਾਸੇ ਦੀਆਂ ਫੌਜਾਂ ਪਿਛਾਂਹ ਹੋ ਗਈਆਂ, ਕਿਨਾਰੇ ਹੋ ਗਈਆਂ। ਇਹ ਪਿਛਲੇ ਸਮੇਂ ਵਿੱਚ ਨਿਯਮ ਹੁੰਦਾ ਸੀ ਕਿ ਸੂਰਜ ਚੜ੍ਹਦੇ ਨਾਲ ਜੰਗ ਸ਼ੁਰੂ ਹੁੰਦਾ ਸੀ ਤੇ ਜਿਸ ਵੇਲੇ ਸੂਰਜ ਡੁੱਬਦਾ ਸੀ ਉਸ ਵੇਲੇ ਜੰਗ ਬੰਦ ਕੀਤਾ ਜਾਂਦਾ ਸੀ। ਇਹ ਨਿਯਮ ਹੁੰਦਾ ਸੀ ਕੋਈ ਜੰਗ ਦੇ ਵਿੱਚ ਵੀ, ਪਿਛਲੇ ਸਮੇਂ ਦੇ ਵਿੱਚ ਵੀ ਸੂਰਜ ਚੜ੍ਹਦੇ ਨਾਲ ਜੰਗ ਸ਼ੁਰੂ ਹੋਣਾ ਕਿ ਜਿਸ ਵੇਲੇ ਸੂਰਜ ਡੁੱਬ ਜਾਣਾ ਉਸ ਵੇਲੇ ਜੰਗ ਜਿਹੜਾ ਸੀ ਉੱਥੇ ਰੋਕ ਦੇਣਾ, ਅਗਲੇ ਦਿਨ ਫੇਰ ਹੋਵੇ। ਤਾਂ ਇਸ ਤਰੀਕੇ ਦੇ ਨਾਲ ਕਹਿੰਦੇ ਜਦੋਂ ਸੂਰਜ ਅਸਤ ਹੋ ਗਿਆ ਤੇ ਦੋਵੇਂ ਪਾਸੇ ਦੀਆਂ ਫੌਜਾਂ ਕਿਨਾਰੇ ਹੋ ਗਈਆਂ। ਫਿਰ ਡੇਰਾ ਕਰਨਾ ਚਾਹਿਆ, ਦੋਵਾਂ ਪਾਸੇ ਦੀਆਂ ਫੌਜਾਂ ਨੇ ਆਪੋ ਆਪਣਾ ਪੜਾਅ ਕੀਤਾ ਹੈ ਤੇ ਫਿਰ ਉੱਥੇ ਖਾਣਾ ਪੀਣਾ ਕੀਤਾ ਹੈ, ਪ੍ਰਸ਼ਾਦਾ ਪਾਣੀ ਛਕਿਆ ਹੈ। ਇਸ ਤਰ੍ਹਾਂ ਕਈਆਂ ਨੇ ਆਪਣਾ ਥਕੇਵਾਂ ਵੀ ਦੂਰ ਕੀਤਾ, ਤ੍ਰਿਪਤ ਹੋ ਕਰਕੇ ਪ੍ਰਸ਼ਾਦਾ ਪਾਣੀ ਛਕ ਕਰਕੇ ਰੋਟੀ ਖਾ ਕੇ ਤੇ ਫਿਰ ਜਿਹੜਾ ਸ਼ਰਮ ਥਕੇਵਾਂ ਸੀ ਉਹ ਕਈਆਂ ਨੇ ਆਪਣਾ ਲਾਇਆ ਤੇ ਕਈ ਸਾਵਧਾਨ ਹੋ ਕੇ ਕਈਆਂ ਨੇ ਰਾਤ ਪਹਿਰਾ ਵੀ ਦਿੱਤਾ ਹੈ। ਇਸ ਤਰ੍ਹਾਂ ਕਹਿੰਦੇ ਜਾਗਦਿਆਂ ਕਿ ਸੁੱਤਿਆਂ ਰਾਤ ਬਤੀਤ ਕੀਤੀ, ਭਾਵ ਕਈ ਜਾਗਦੇ ਰਹੇ ਤੇ ਕਈ ਸੌਂ ਗਏ, ਕਈ ਸੌਂ ਗਏ ਤੇ ਕਈਆਂ ਨੂੰ ਉਹਨਾਂ ਦੀ ਡਿਊਟੀ ਲਾ ਦਿੱਤੀ ਗਈ ਕਿ ਤੁਸੀਂ ਪਹਿਰਾ ਦੇਣਾ ਵੀ ਰਾਤ ਜਾਗ ਕਰਕੇ। ਉਹ ਸਿਪਾਹੀਆਂ ਨੇ ਫਿਰ ਜਾਗ ਜਾਗ ਕੇ ਪਹਿਰਾ ਵੀ ਦਿੱਤਾ, ਕਈ ਜਾਗਦੇ ਰਹੇ ਰਾਤ ਨੂੰ ਤੇ ਕਈ ਸੌਂ ਗਏ। ਤੇ ਇਸੇ ਤਰ੍ਹਾਂ ਕਈ ਜਿਹੜੇ ਸੁੱਤੇ ਉਹ ਵੀ ਜਾਗਦੇ, ਅੱਧ ਵਿਚਾਲੇ ਜੇ ਨੇ ਜਾਗਦੇ ਸੁੱਤੇ। ਜੰਗ ਦੇ ਵਿੱਚ ਜ਼ਿਆਦਾ ਨੀਂਦ ਕਿੱਥੇ ਆਉਣੀ,
इस तरह कहते जागदियां सुत्तियां रात बतीत कीती। फिर दिन चढ़िया है ते कईयां ने उत्थे नदी दे उत्ते अपनी शरीरक क्रिया की, कईयां ने इशनान आदि भी कीता। इस तरह ਜਦੋਂ ਦਿਨ ਚੜ ਗਿਆ अगला तो फिर लड़न वास्ते दोवें पासे दियां फौजां चढ़ पईयां। उधरों बहादुर शाह दियां फौजां, इधरों तारा आजम दियां फौजां। दोवां पासियों गोले ते गोलियां चलन लग पईयां ते आवाज बहुत होण लग पई। घोड़ियां नूं भजा भजा के बंदूकां दे विचों रफलां दे विचों गोलियां छड्डदे। कई तीर चलाउंदे, तीरां दे नाल अंग फोड़ी जांदे, तोड़ी जांदे। कंबली वाले जिहड़े नेजे उन्हां नूं घुमा घुमा के मारदे, घोड़ियां नूं भजा के। बंबली वाले कहंदे अगले पासों जिन्हां दे विगजे पए होए, तो जिस वेले वो नेजा अंदर चले जाता तो वो बंबली बनी हुंदी है, तो वो जिस वेले खिंचिया जाता तो अंदर बाहर ही लै आउंदा है। वो बंबली वाले जिहड़े नेजे उन्होंने भरमा भरमा के घुमा के मारते हैं। आपस में मिल करके पींदे शस्त्रां दे वार करके जख्म करते। जदों आपस दे विच इस तरह बहुत ज़्यादा भयानक लड़ाई शुरू हो गई, उन्होंने आख्या अंध धुंध पै गई। अंध धुंध एक दूजे दे मार रहे हैं, बहुत डंड रौली मची हुई है। ते उस वेले शुद्र नाम है ऊठ दा, ऊठां दा। उन्हां दे उत्ते जिहड़ियां रख करके वो बंदूकां इसे तरह छोटियां तोपां चलाउंदे आ, उन्हां नूं शुद्र नाल आख्या। घोड़ नाल जिहड़ियां घोड़ियां दे उत्ते रख करके चलाईयां जांदियां भयानक। इस तरह कहिंदे भी ऊठां ते रख के ते घोड़ियां ते रख करके जिहड़ियां ये बंदूकां चलाईयां जा रहीआं हन। इस तरह फिर अगला दिन सारा दिन जंग होया ते दोवें दल हट गए। फिर शाम तो बाद फिर सारियां ने कहिंदे भी जिन्ने बहुते मारे गए, बहुती लड़ाई हुई, दोवां पासे का नुकसान होया। शाम नूं दोवें दल पिछां हट गए, फिर विश्राम किया सारियां ने। ये रात लंघी है ते अगला दिन जदों चढ़िया फिर दोवें पासे नगारे वज गए, जंग फिर शुरू हो गया। जदों नगारे सुने योधिया ने कि जंग की तैयारी हो गई, नगारा भी वखरा वखरा बचाया जाता। एक नगारा वजाया जाता भी तैयार बुर तैयार हो जान फौजां, उस वेले शस्त्र धारण करके तैयार बुर तैयार हो। फिर नगारा वजाया जाता भी अगे कूच किया जाए, फिर अगे वधदियां फौजां। तो इस तरीके दे नाल दोवें पासे दे सूरमे शस्त्रां दे नाल ऐन लैस हो गए। सनतबद्ध तो भाव कि शस्त्रधारी हो गए। फिर जंग के मैदान में आ गए तो दोनों पासे का बहादुर शाह की फौज का ते तारा आजम की फौज का दोनों दलों का मुकाबला हो गया शुरू। इस तरह कहते कि शस्त्रां दे नाल हमले करदियां बहुते सूरमे बहुते सिपाही मारे गए। तारा आजम का बहुत वड्डा लश्कर है, बहुत वड्डी फौज है, क्योंकि 22 लाख फौज सी तारे आजम। 22 लाख फौज तारा आजम की वड्डी फौज है गिनती विच। तां उस वेले बहादुर शाह की फौज नूं मारन वास्ते वो धावा कर करके पैंदी है तारा आजम की फौज। इधरले पासे बहादुर शाह आप भी चढ़िया होया है लड़न वास्ते। उधरले पासे कहते तारा आजम भी पहुंचा होया जंग के मैदान विच, जंग के मैदान नूं वेखण वास्ते। इस तरह दोवां भरावां ने जंग पवाया होया है। बहुतियां तोपां बहुतियां गोलियां वो छड्ड रहे हैं। बहादुर शाह उस वेले हाथी उत्ते सवार होया सी। हाथी के उत्ते सवार हो करके बहादुर शाह जंग के मैदान में आया होया है। भाई धर्म सिंह जी नूं अपने नाल हाथी उत्ते बिठाया होया।
5 ਸਿੰਘ ਭਾਈ ਧਰਮ ਸਿੰਘ ਜੀ ਦੇ ਨਾਲ ਮਹਾਰਾਜ ਨੇ ਭੇਜੇ ਸੀ ਨਾ ਬਹਾਦਰ ਸ਼ਾਹ ਦੀ ਮਦਦ ਵਿੱਚ, ਤੇ ਬਹਾਦਰ ਸ਼ਾਹ ਨੇ ਭਾਈ ਧਰਮ ਸਿੰਘ ਜੀ ਨੂੰ ਆਪਣੇ ਨਾਲ ਬਿਠਾਇਆ ਹੋਇਆ ਹਾਥੀ ਦੇ ਉੱਤੇ, ਹੌਦੇ ਦੇ ਵਿੱਚ। ਹਾਥੀ ਦੀ ਜਿਹੜੀ ਲਮਾਰੀ ਹੁੰਦੀ ਹੈ, ਮੰਜਾ ਜਿਹਾ ਬਣਿਆ ਹੁੰਦਾ ਨਾ ਉੱਤੇ ਬਹਿਣ ਵਾਲਾ, ਉਹਦੇ ਵਿੱਚ ਬਹਾਦਰ ਸ਼ਾਹ ਵੀ ਬੈਠਾ ਹੈ ਤੇ ਭਾਈ ਧਰਮ ਸਿੰਘ ਜੀ ਵੀ ਨਾਲ ਬੈਠੇ ਹੋਏ, ਉਹਨਾਂ ਨੂੰ ਨਾਲ ਬਿਠਾਇਆ ਹੈ। ਤੇ ਬਹਾਦਰ ਸ਼ਾਹ ਉਸ ਵੇਲੇ ਗੁਰੂ ਸਾਹਿਬ ਜੀ ਦੀ ਗਾਥਾ ਮੁਖ ਤੋਂ ਉਚਾਰ ਰਿਹਾ, ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਰਿਹਾ ਹੈ। ਨਾਲੇ ਆਪਣੀਆਂ ਫੌਜਾਂ ਨੂੰ ਵੇਖ ਰਿਹਾ ਵੀ ਦੂਰ ਤੀਕ ਜੰਗ ਹੋ ਰਿਹਾ ਹੈ। ਇਸ ਤਰ੍ਹਾਂ ਦੋਵਾਂ ਪਾਸੇ ਦੀ ਫੌਜ ਵੱਲੋਂ ਬਹੁਤ ਜ਼ਿਆਦਾ ਹਮਲੇ ਹੋਏ ਤੇ ਸੂਰਮਿਆਂ ਨੇ ਪਰਸਪਰ ਆਪਸ ਦੇ ਵਿੱਚ ਸ਼ਸਤਰ ਚਲਾਏ। ਉਸ ਵੇਲੇ ਇਹਨੇ ਬਹਾਦਰ ਸ਼ਾਹ ਨੇ ਆਪਣੇ ਚਿੱਤ ਵਿੱਚ ਪੁਰਨਾ ਜਿਹਾ ਬਣਾਇਆ, ਚਿੱਤ ਵਿੱਚ ਖਿਆਲ ਕੀਤਾ ਕਿ ਵੱਡੇ ਲੜਨਗੇ, ਬਹੁਤ ਜ਼ਿਆਦਾ ਵੀ ਇੱਥੇ ਲੜਾਈ ਹੋਵੇਗੀ। ਹਾਂ ਵੀ ਜਦੋਂ ਮੇਰੀ ਜਿੱਤ ਹੋ ਗਈ, ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਤੈਨੂੰ ਜਿੱਤ ਦਿਵਾਵਾਂਗੇ, ਤੇ ਜਦੋਂ ਮੇਰੀ ਹੋ ਗਈ ਜਿੱਤ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਸਵਾਲ ਕਰਨਾ ਹੈ। ਉਹਨਾਂ ਨੇ ਪਹਿਲੋਂ ਆਖਿਆ ਵਾ ਕਿ ਤੇਰੀ ਫਤਿਹ ਤਾਂ ਕਰਾਵਾਂਗੇ, ਪਰ ਤੈਨੂੰ ਇੱਕ ਸਵਾਲ ਵੀ ਕਰਾਂਗੇ, ਉਹ ਤੈਨੂੰ ਪੂਰਾ ਕਰਨਾ ਪਵੇਗਾ। ਮਨ ਵਿੱਚ ਪਹਿਲਾਂ ਹੀ ਪੁਰਨਾ ਆ ਗਿਆ, ਲੈ ਜਿੱਤਿਆ ਨਹੀਂ, ਮਨ ਚ ਪੁਰਨਾ ਆ ਗਿਆ ਕਿ ਜੇ ਕੋਈ ਔਖਾ ਜਿਹਾ ਸਵਾਲ ਕਰ ਦਿੱਤਾ ਨਾ ਤੇ ਫਿਰ ਤਾਂ ਮੇਰੇ ਤੋਂ ਪੂਰਾ ਨਹੀਂ ਕੀਤਾ ਜਾਣਾ ਹੈ। ਜੇ ਕੋਈ ਸੌਖੀ ਜੀ ਗੱਲ ਹੋਈ ਤੇ ਮੈਂ ਉਹ ਬਣਾ ਦਿਆਂਗਾ, ਉਹ ਸਵਾਲ ਪੂਰਾ ਕਰ ਦਿਆਂਗਾ। ਜੇ ਕੋਈ ਔਖੀ ਗੱਲ ਹੋਈ ਤੇ ਫਿਰ ਮੈਂ ਨਹੀਂ ਦੇਵਾਂਗਾ, ਤੇ ਨਹੀਂ ਤਾਂ ਫਿਰ ਜੇ ਕੋਈ ਔਖੀ ਹੋਈ ਗੱਲ, ਕਠਿਨ ਸਵਾਲ ਹੋਇਆ ਤੇ ਫਿਰ ਆਲਾ ਕਾਲਾ ਜਿਹਾ ਕਰਕੇ ਟਾਲ ਦੇਵਾਂਗਾ ਗੁਰੂ ਗੋਬਿੰਦ ਸਿੰਘ ਨੂੰ। ਇਸ ਪ੍ਰਕਾਰ ਦੇ ਨਾਲ ਇਹਨੇ ਆਪਣੇ ਮਨ ਦੇ ਵਿੱਚ ਇਹ ਜੰਗ ਦੇ ਵਿੱਚ ਇਹ ਫੁਰਨਾ ਕੀਤਾ। ਉਧਰਲੇ ਪਾਸਿਓਂ ਕਹਿੰਦੇ ਬਹਾਦਰ ਸ਼ਾਹ ਦੀ ਫੌਜ ਦੇ ਉੱਤੇ ਤਾਰਾਜਮ ਦੀ ਫੌਜ ਦਾ ਬਹੁਤ ਵੱਡਾ ਹਮਲਾ ਹੋਇਆ ਤੇ ਬਹਾਦਰ ਸ਼ਾਹ ਦੀ ਫੌਜ ਨੂੰ ਭੱਜਣਾ ਪੈ ਗਿਆ। ਜਦੋਂ ਇਹ ਫੁਰਨਾ ਹੋਇਆ ਨਾ, ਮਨ 'ਚ ਖਿਆਲ ਆਇਆ, ਉਦੋਂ ਹੀ ਤਾਰਾਜਮ ਦੀ ਫੌਜ ਦਾ ਉਧਰੋਂ ਹਮਲਾ ਹੋਇਆ ਤੇ ਬਹਾਦਰ ਸ਼ਾਹ ਦਾ ਮੂੰਹ ਘੁਮਾ ਕੇ ਰੱਖ ਦਿੱਤਾ ਤੇ ਬਹਾਦਰ ਸ਼ਾਹ ਫਿਰ ਛੱਡ ਕੇ ਭੱਜ ਗਿਆ ਪਛਾਣ ਨੂੰ। ਇਹਦੇ ਸੂਰਮੇ ਸਾਰੇ ਭੱਜਣ ਲੱਗ ਪਏ, ਧੀਰਜ ਨਹੀਂ ਧਰਦੇ, ਖਲੋਤੇ ਨਹੀਂ ਤਾਰਾਜਮ ਦੀਆਂ ਫੌਜਾਂ ਅੱਗੇ, ਕਿਉਂਕਿ ਅਗਲੇ ਪਾਸੇ ਬੜਾ ਪ੍ਰਬਲ ਦਲ, ਬਹੁਤ ਬਲ ਵਾਲਾ 22 ਲੱਖ ਫੌਜਾਂ ਅਗਲੇ ਪਾਸੇ ਮੁਕਾਬਲਾ ਕਰਨਾ। ਇਹਦੇ ਕੋਲ ਥੋੜੀ ਜਿਹੀ ਫੌਜ ਆ ਬਹਾਦਰ ਸ਼ਾਹ ਦੇ ਕੋਲ। ਅਧਿਕ ਪ੍ਰਬਲ ਦਲ ਕਿਆ ਰਣ ਕਰੇ, ਤੇ ਕਹਿੰਦੇ ਵੀ ਇਹਨੇ ਕੀ ਕਰਨਾ ਵਾ ਮੁਕਾਬਲਾ, ਉਹ ਬਹੁਤੇ ਪ੍ਰਬਲ ਫੌਜ ਦੇ ਸਾਹਮਣੇ। ਜਦੋਂ ਇਹਨੂੰ ਭਾਜੜਾ ਪੈ ਗਈਆਂ ਤੇ ਉਦੋਂ ਫਿਰ ਸ਼ਾਮਾਂ ਹੋ ਗਈਆਂ ਤੇ ਆਪਣੇ ਡੇਰੇ ਉਤਰਿਆ ਬਹਾਦਰ ਸ਼ਾਹ। ਬੜਾ ਸੰਕਟ ਬਣਿਆ, ਧਿਰ ਦੇ ਵਿੱਚ ਚਿੰਤਾ ਬਹੁਤੀ ਹੈ। ਭਾਈ ਨੰਦ ਲਾਲ ਜੀ ਨੂੰ ਆਪਣੇ ਪਾਸ ਬੁਲਾ ਲਿਆ ਬਹਾਦਰ ਸ਼ਾਹ ਨੇ। ਆਖਿਆ ਕਿ ਭਾਈ ਨੰਦ ਲਾਲ ਜੀ ਛੇਤੀ ਜਾਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ, ਤੇ ਮੇਰੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰੋ। ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਨਮਸਕਾਰ ਕਰੋ ਤੇ ਮੇਰਾ ਸਾਰਾ ਹੀ ਪ੍ਰਸੰਗ ਜਾ ਕੇ ਸੁਣਾਓ ਦਸਵੇਂ ਪਾਤਸ਼ਾਹ ਜੀ ਨੂੰ। ਮਹਾਰਾਜ ਆਪ ਜੀ ਦੇ ਨਾਲ ਮੇਰੇ ਪਿਤਾ ਨੇ ਵਿਗਾੜੀ ਗੱਲ, ਮੇਰੇ ਪਿਤਾ ਨੇ ਵੈਰ ਵਿਰੋਧ ਕੀਤਾ ਆਪ ਜੀ ਦੇ ਨਾਲ। ਉਹ ਮੇਰੇ ਪਿਤਾ ਅਪਰਾਧੀ ਸੀ ਆਪ ਜੀ ਦੇ, ਮੇਰੇ ਪਿਤਾ ਔਰੰਗਜ਼ੇਬ ਉਹ ਆਪ ਜੀ ਦੇ ਅਪਰਾਧੀ ਸੀ, ਗੁਨੇਗਾਰ ਸਨ। ਮਹਾਰਾਜ ਮੈਂ ਤੇ ਆਪ ਜੀ ਦੇ ਗੁਲਾਮਾਂ ਦੇ ਬਰਾਬਰ ਹਾਂ, ਮੈਂ ਆਪ ਜੀ ਦਾ ਗੁਲਾਮ ਹਾਂ। ਆਪ ਜੀ ਦੇ ਬਚਨਾਂ ਤੇ ਮੇਰਾ ਬਹੁਤ ਵੱਡਾ ਵਿਸ਼ਵਾਸ ਹੈ। ਆਪ ਜੀ ਦੇ ਬਚਨਾਂ ਨੂੰ ਸੁਣ ਕਰਕੇ ਮਹਾਰਾਜ ਮੈਂ ਆ ਕਰਕੇ ਤਾਰਾਜਮ ਦੇ ਨਾਲ ਜੰਗ ਮੰਨ ਦਿੱਤਾ, ਜੰਗ ਸ਼ੁਰੂ ਕਰ ਦਿੱਤਾ। ਨਹੀਂ ਤਾਂ ਮਾਰੇ ਮੈਂ ਕਿੱਥੇ ਹਾਂ, ਮੇਰੇ ਤੋਂ ਕੁਝ ਵੀ ਨਹੀਂ ਬਣ ਸਕਦਾ ਹੈ। ਮੇਰੀ ਫੌਜ
ਤਾਰਾ ਆਜ਼ਮ ਦੀ ਫੌਜ ਦਾ ਮੁਕਾਬਲਾ ਨਹੀਂ ਕਰ ਸਕਦੀ। ਤਾਰਾ ਆਜ਼ਮ ਦੀ ਫੌਜ ਦੇ ਮੁਕਾਬਲੇ 10 ਗੁਣਾ ਘੱਟ ਮੇਰੀ ਫੌਜ ਹੈ। ਇਸ ਕਰਕੇ ਮੈਂ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਬਚਨਾਂ ਤੇ ਵਿਸ਼ਵਾਸ ਕਰਕੇ ਜੰਗ ਸ਼ੁਰੂ ਕੀਤਾ ਹੈ। ਨਹੀਂ ਤਾਂ ਮਹਾਰਾਜ ਜੇ ਤੁਸੀਂ ਬਚਨ ਨਾ ਕਰਦੇ ਤੇ ਮੈਂ ਭੱਜ ਕੇ ਤੇ ਵਿਲਾਇਤ ਚਲੇ ਜਾਣਾ ਸੀ। ਮੈਂ ਤਾਂ ਆਪਣੀ ਜਾਨ ਨੂੰ ਬਚਾਉਣ ਵਾਸਤੇ ਕਿਸੇ ਹੋਰ ਦੇਸ਼ ਵਿੱਚ ਚਲੇ ਜਾਣਾ ਸੀ। ਮੈਂ ਨਹੀਂ ਗਿਆ ਤੇ ਜੰਗ ਇੱਧਰ ਆ ਕੇ ਸ਼ੁਰੂ ਕਰ ਦਿੱਤਾ ਵੀ ਤੁਸੀਂ ਕਹਿ ਦਿੱਤਾ ਵੀ ਅਸੀਂ ਜਿਤਾਵਾਂਗੇ ਤੇ ਤੂੰ ਜੰਗ ਸ਼ੁਰੂ ਕਰ। ਤੁਹਾਡੇ ਬਚਨਾਂ ਦੇ ਉੱਤੇ ਮਹਾਰਾਜ ਨੇ ਭਰੋਸਾ ਰੱਖ ਕੇ ਯਕੀਨ ਰੱਖ ਕੇ ਇਹ ਜੰਗ ਰੰਭਿਆ, ਨਹੀਂ ਤਾਂ ਮੈਂ ਕਿਸੇ ਦੇਸ਼ ਵੱਲ ਨੂੰ ਭੱਜ ਜਾਣਾ ਸੀ। ਮੈਂ ਨਾਲੇ ਜਿਉਂਦਾ ਰਹਿੰਦਾ ਤੇ ਨਾਲੇ ਸੁੱਖ ਦੇ ਨਾਲ ਮਹਾਰਾਜ ਮੈਂ ਖਾਣਾ ਖਾਂਦਾ ਜਾ ਕੇ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਕਹਿਣ ਕਰਕੇ ਮੈਂ ਆ ਕੇ ਲੜਿਆ ਹਾਂ। ਇਹ ਭਾਈ ਨੰਦ ਲਾਲ ਜਾ ਕੇ ਬੇਨਤੀ ਕਰੋ ਕਿ ਮੈਂ ਐਵੇਂ ਹੀ ਆ ਕੇ ਫਸ ਗਿਆ, ਇੱਥੇ ਨਹਾਕੀ ਆ ਕਰਕੇ ਮਰ ਚੱਲਿਆ ਹਾਂ। ਤੇ ਮਹਾਰਾਜ ਤੁਸੀਂ ਤਾਂ ਆ ਕੇ ਸਹਾਇਤਾ ਨਹੀਂ ਦਿੱਤੀ, ਤੁਹਾਡੀ ਮੈਂ ਸਹਾਇਤਾ ਪ੍ਰਾਪਤ ਨਹੀਂ ਕੀਤੀ। ਮਹਾਰਾਜ ਤੁਸੀਂ ਆਖਿਆ ਸੀ ਭਰਾ ਨੂੰ ਮਾਰ ਕੇ ਮੈਨੂੰ ਜਿੱਤ ਦਿਵਾਓਗੇ, ਪਰ ਮਹਾਰਾਜ ਤੁਸੀਂ ਆ ਕੇ ਮੇਰੀ ਸਹਾਇਤਾ ਨਹੀਂ ਕੀਤੀ ਹੈ। ਮੇਰੇ ਫੌਜ ਨਾਲੋਂ 10 ਗੁਣਾ ਜ਼ਿਆਦਾ ਫੌਜ ਹੈ, ਕਿਵੇਂ ਮਾਰੇ ਹੋਏ ਮਰਨਗੇ ਮੇਰੇ ਤੋਂ। ਮੈਂ ਵਿਚਾਰ ਲਿਆ ਵੀ ਮੈਂ ਬਲ ਤੋਂ ਰਹਿਤ ਹਾਂ, ਉਹ ਬਹੁਤੇ ਬਲ ਵਾਲੇ ਹਨ। ਕੇਵਲ ਤਾਂ ਕੇਵਲ ਸਤਿਗੁਰੂ ਜੀ ਆਪ ਜੀ ਦਾ ਬਚਨ ਹੀ ਮੈਂ ਮੰਨਿਆ ਹੈ, ਹੋਰ ਮੈਂ ਹਿਰਦੇ ਵਿੱਚ ਕੁਝ ਨਹੀਂ ਵਿਚਾਰਿਆ ਹੈ। ਇਹ ਦਸਵੇਂ ਪਾਤਸ਼ਾਹ ਤੁਸੀਂ ਆ ਕਰਕੇ ਮੇਰੀ ਮਦਦ ਕਿਉਂ ਨਹੀਂ ਕਰਦੇ ਹੋ। ਆਪ ਜੀ ਦਾ ਹੀ ਮੈਨੂੰ ਆਸਰਾ ਹੈ, ਆਪ ਜੀ ਦੇ ਆਸਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ। ਪਿਤ ਕੋ ਦੋਸ਼, ਮੇਰੇ ਪਿਤਾ ਔਰੰਗਜ਼ੇਬ ਦਾ ਜੋ ਦੋਸ਼ ਹੈ, ਜੋ ਗੁਨਾਹ ਹੈ, ਉਹ ਮੇਰੇ ਤੇ ਨਾ ਲਾਓ, ਉਹ ਮੇਰੇ ਤੇ ਨਾ ਧਾਰਨ ਕੱਢੋ ਕਿ ਮੇਰੇ ਪਿਤਾ ਦਾ ਵੈਰ ਮੇਰੇ ਤੋਂ ਨਾ ਕੱਢਿਓ। ਮਹਾਰਾਜ ਮੈਂ ਤਾਂ ਆਪ ਦੀ ਸ਼ਰਨ ਵਿੱਚ ਪਿਆ ਹੋਇਆ ਹਾਂ। ਆਪ ਜੀ ਦਾ ਬਿਰਦ ਹੈ, ਜਿਹੜਾ ਆਪ ਜੀ ਦੀ ਸ਼ਰਨ ਵਿੱਚ ਪਵੇ ਆਪ ਰੱਖਿਆ ਕਰਦੇ ਹੋ, ਤੇ ਆਪ ਜੀ ਦਾ ਬਿਰਦ ਜਾਣ ਕੇ ਮੇਰੀ ਮਹਾਰਾਜ ਸ਼ੁਭ ਰੱਖਿਆ ਕਰੋ। ਇਹ ਬੇਨਤੀਆਂ ਕੀਤੀਆਂ ਤੇ ਭਾਈ ਨੰਦ ਲਾਲ ਨੂੰ ਆਖਿਆ ਇਹ ਬੇਨਤੀਆਂ ਕਰ ਜਾ ਕੇ ਦਸਵੇਂ ਪਾਤਸ਼ਾਹ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਮੇਰੇ ਵੱਲੋਂ ਇਹ ਅਰਜ਼ੋਈ ਕਰ ਕਿ ਮਹਾਰਾਜ ਕਿਤੇ ਪਿਤਾ ਦਾ ਵੈਰ ਮੇਰੇ ਤੋਂ ਨਹੀਂ ਕੱਢਣ ਲੱਗੇ। ਮੇਰਾ ਪਿਤਾ ਔਰੰਗਜ਼ੇਬ ਆਪ ਜੀ ਦਾ ਗੁਨਾਹਗਾਰ ਹੈ, ਅਪਰਾਧੀ ਹੈ, ਉਹਨੇ ਆਪ ਜੀ ਦੇ ਨਾਲ ਵੈਰ ਵਿਰੋਧ ਕੀਤਾ, ਆਪ ਜੀ ਉੱਤੇ ਫੌਜਾਂ ਚੜਾਉਂਦਾ ਰਿਹਾ, ਤੇ ਮਹਾਰਾਜ ਕਿਤੇ ਮੇਰੇ ਤੋਂ ਵੈਰ ਨਾ ਕੱਢਿਓ। ਮੈਂ ਤਾਂ ਆਪ ਜੀ ਦਾ ਗੁਲਾਮ ਹਾਂ, ਆਪ ਜੀ ਦਾ ਸੇਵਕ ਹਾਂ, ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ, ਤਰਲੇ ਪਾਉਂਦਾ ਹਾਂ, ਮੇਰੇ ਤੇ ਕਿਰਪਾ ਕਰੋ, ਮੇਰੀ ਰੱਖਿਆ ਕਰੋ, ਨਹੀਂ ਤੇ ਮਾਰਿਆ ਜਾਵਾਂਗਾ। ਤੇ ਭਾਈ ਨੰਦ ਲਾਲ ਨੂੰ ਇਹ ਕਹਿ ਕਰਕੇ ਤੇ ਆਖਿਆ ਵੀ ਛੇਤੀ ਜਾ ਹੁਣ ਘੋੜਾ ਭਜਾ ਕੇ। ਤੇ ਭਾਈ ਨੰਦ ਲਾਲ ਜੀ ਚਲੇ ਗਏ, ਬੜੀ ਛੇਤੀ ਜਾ ਕਰਕੇ ਦਸਵੇਂ ਪਾਤਸ਼ਾਹੀ ਦਾ ਦਰਸ਼ਨ ਕੀਤਾ, ਨਾਲੇ ਨਮਸਕਾਰ ਕੀਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ, ਨਾਲੇ ਬਹਾਦਰ ਸ਼ਾਹ ਦਾ ਸਾਰਾ ਪ੍ਰਸੰਗ ਸੁਣਾਇਆ ਭਾਈ ਨੰਦ ਲਾਲ ਜੀ ਨੇ। ਮਹਾਰਾਜ ਬਹਾਦਰ ਸ਼ਾਹ ਤੇ ਬੜਾ ਦੁਖੀ ਹੋਇਆ ਪਿਆ, ਆ 3 ਹਮਲੇ ਹੋ ਗਏ ਮਹਾਰਾਜ 3 ਦਿਨ, ਤੇ ਉਹਦੀ ਫੌਜ ਤੇ ਖੂੰਜੇ ਲੱਗ ਗਈ। ਇਸ ਕਰਕੇ ਮਹਾਰਾਜ ਬਹਾਦਰ ਸ਼ਾਹ ਬੜਾ ਦੁਖੀ ਹੋ ਰਿਹਾ, ਉਹਨੇ ਬਹੁਤ ਦੁੱਖ ਪਾਇਆ ਹੈ। ਤੇ ਆਪ ਜੀ ਦੀ ਹੁਣ ਸਹਾਇਤਾ ਚਾਹੁੰਦਾ ਹੈ, ਬਹੁਤ ਮਹਾਰਾਜ ਤਰਲੇ ਪਾਉਂਦਾ ਹੈ। ਮਹਾਰਾਜ ਕਿਰਪਾ ਕਰੋ, ਬਹਾਦਰ ਸ਼ਾਹ ਦੀ ਮਦਦ ਕਰੋ ਤੇ ਬਹਾਦਰ ਸ਼ਾਹ ਨੂੰ ਜਿੱਤ ਵੀ ਦਿਵਾਓ ਜੀ। ਭਾਈ ਨੰਦ ਲਾਲ ਜੀ ਦੀ ਬੇਨਤੀ ਕੀਤੀ ਹੋਈ, ਜਿਹੜੀ ਬਹਾਦਰ ਸ਼ਾਹ ਦੀ ਤਰਫੋਂ ਕੀਤੀ ਹੈ, ਬੇਨਤੀ ਭਾਈ ਨੰਦ ਲਾਲ ਜੀ ਕਰ ਰਹੇ ਆ, ਪਰ ਬੇਨਤੀ ਭਾਈ ਇਹ ਬਹਾਦਰ ਸ਼ਾਹ ਦੀ ਹੈ। ਭਾਈ ਨੰਦ ਲਾਲ ਜੀ ਬੇਨਤੀ ਕਰ ਰਹੇ ਤੇ ਸਤਿਗੁਰੂ ਜੀ ਨੇ ਉਹ ਬਹਾਦਰ ਸ਼ਾਹ ਦੀ ਬੇਨਤੀ ਸੁਣੀ ਭਾਈ ਨੰਦ ਲਾਲ ਦੇ ਮੁਖ ਤੋਂ, ਤੇ ਫਿਰ ਬਚਨ ਕੀਤਾ। ਮਹਾਰਾਜ ਕਹਿੰਦੇ ਜਦੋਂ ਜੰਗ ਦੇ ਮੈਦਾਨ 'ਚ ਗਿਆ ਨਾ ਬਹਾਦਰ ਸ਼ਾਹ,
ਇਹਦੇ ਮਨ ਵਿੱਚ ਫੁਰਨਾ ਭਾਈ ਨੰਦ ਲਾਲ ਇਸ ਤਰ੍ਹਾਂ ਦਾ ਫੁਰਿਆ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਨੇ ਸਵਾਲ ਕੋਈ ਔਖਾ ਜਿਹਾ ਕਰ ਦਿੱਤਾ, ਕੁਝ ਔਖੀ ਦੀ ਗੱਲ ਮਹਾਰਾਜ ਨੇ ਕਰ ਦਿੱਤੀ, ਕੋਈ ਔਖਾ ਸਵਾਲ ਕੋਈ ਐਸਾ ਮੰਗ ਲਿਆ ਤੇ ਜੇ ਔਖਾ ਹੋਇਆ ਦਿਖਮ ਹੋਇਆ ਤੇ ਫਿਰ ਮੈਂ ਨਹੀਂ ਦੇਵਾਂਗਾ। ਜੇ ਕੋਈ ਸੌਖੀ ਗੱਲ ਹੋਈ ਤੇ ਫਿਰ ਉਹ ਕਾਰਜ ਕਰ ਦਿਆਂਗਾ। ਮਹਾਰਾਜ ਕਹਿੰਦੇ ਕਿ ਸਾਡੇ ਬਚਨਾਂ ਤੇ ਭਰੋਸਾ ਨਹੀਂ ਰਿਹਾ ਭਾਈ ਨੰਦ ਲਾਲ ਉਹਨੂੰ ਬਹਾਦਰ ਸ਼ਾਹ ਨੂੰ, ਇਸ ਕਰਕੇ ਉਹਦੀ ਹਾਰ ਹੋ ਰਹੀ ਹੈ। ਉਹਦੇ ਮਨ ਦੇ ਵਿੱਚ ਇਹ ਸੰਸਾ ਬਣ ਗਿਆ ਕਿ ਜੇ ਕੋਈ ਔਖੀ ਗੱਲ ਹੋਈ ਤੇ ਫਿਰ ਵੀ ਮੈਂ ਪੂਰੀ ਕਰਨੀ, ਜੇ ਸੌਖੀ ਹੋਈ ਤੇ ਫਿਰ ਕਰਾਂਗਾ। ਤੇ ਕਹਿੰਦੇ ਵੀ ਤਾਂ ਹੁਣ ਹਾਰਨ ਲੱਗ ਪਿਆ ਹੈ। ਉਹਦਾ ਸਿਦਕ ਡੋਲ ਗਿਆ ਸਾਡੇ ਤੋਂ, ਉਹਦਾ ਹਿਰਦਾ ਨਹੀਂ ਗਾ ਖਲੋਤਾ। ਜੇ ਆਪਣੇ ਮਨ ਨੂੰ ਸਾਬਤ ਕਰੇ, ਭਾਵ ਸਿਦਕ ਰੱਖੇ, ਹਿਰਦੇ ਨੂੰ ਦ੍ਰਿੜ ਰੱਖੇ, ਫਿਰ ਸਾਡੀ ਸਹਾਇਤਾ ਉਹਨੂੰ ਮਿਲੇਗੀ। ਜੇ ਉਹ ਪ੍ਰਣ ਕਰੇ, ਆਪਣਾ ਸਿਦਕ ਪੂਰਾ ਰੱਖੇ ਤੇ ਸਾਡਾ ਸਵਾਲ ਜਿਹੜਾ ਵਾ ਉਹ ਪੂਰਾ ਕਰਨ ਦੀ ਗੱਲ ਕਰੇ, ਤੇ ਫਿਰ ਮਹਾਰਾਜ ਕਹਿੰਦੇ ਸਾਡੀ ਮਦਦ ਉਹਨੂੰ ਮਿਲੇਗੀ। ਉਹਦਾ ਅੰਦਰ ਤੇ ਅਸੀਂ ਪਹਿਲਾਂ ਆਖਿਆ ਸੀ ਵੀ ਕਿਤੇ ਆਪਣੇ ਪਿਤਾ ਵਾਂਗੂ ਝੂਠਾ ਨਾ ਨਿਕਲੇ। ਭਾਈ ਨੰਦ ਲਾਲ ਨੂੰ ਆਖਿਆ ਸੀ ਨਾ ਮਹਾਰਾਜ ਕਿ ਇਹਦੇ ਪਿਤਾ ਨੇ ਵੀ ਸਹੁੰਆਂ ਬੜੀਆਂ ਖਾਧੀਆਂ ਤੇ ਬਾਅਦ ਵਿੱਚ ਉਹਦੇ ਤੇ ਪੂਰਾ ਨਹੀਂ ਰਿਹਾ ਰੰਗ ਜੇ। ਤਾਂ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਨੰਦ ਲਾਲ ਜੇ ਆਪਣੇ ਮਨ ਨੂੰ ਸਾਬਤ ਰੱਖੇ ਤੇ ਫਿਰ ਸਾਡੀ ਸਹਾਇਤਾ ਵੀ ਇਹਨੂੰ ਮਿਲੇਗੀ ਤੇ ਇਹਦੇ ਦੁਸ਼ਮਣ ਵੀ ਖਤਮ ਹੋਣਗੇ। ਇਸ ਕਰਕੇ ਸਾਨੂੰ ਹੁਣ ਬਹਾਦਰ ਸ਼ਾਹ ਦੇ ਉੱਤੇ ਇਤਬਾਰ ਨਹੀਂ ਰਿਹਾ ਹੈ। ਇਹ ਆਪਣੇ ਬੋਲਾਂ ਤੇ ਨਹੀਂ ਰਵੇਗਾ, ਆਪਣਾ ਕੰਮ ਸੁਧਾਰ ਕੇ, ਆਪਣਾ ਕੰਮ ਕੱਢ ਕੇ ਜੰਗ ਦਾ ਤੇ ਫਿਰ ਜਾਵੇਗਾ। ਭਾਈ ਨੰਦ ਲਾਲ ਹੁਣ ਉਹਨੂੰ ਕਹੋ ਵੀ ਲਿਖ ਕੇ ਦਵੇ, ਫਿਰ ਆਵਾਂਗੇ ਕਿ ਸਾਡਾ ਸਵਾਲ ਪੂਰਾ ਕਰੇਗਾ। ਪਹਿਲਾਂ ਲਿਖ ਕੇ ਦਵੇ ਸਾਨੂੰ, ਆਪਣੇ ਹੱਥ ਦੇ ਨਾਲ ਕਾਗਜ਼ ਦੇ ਉੱਤੇ ਲਿਖ ਕੇ ਦਵੇ। ਇਹ ਗੱਲ ਲਿਖੇ ਵੀ ਮੈਂ ਇੱਕ ਸਵਾਲ ਜਿਹੜਾ ਵਾ ਉਹ ਪੂਰਾ ਕਰਾਂਗਾ, ਤੇ ਆਪਣੇ ਮਾਮੇ ਨੂੰ ਭੇਜੇ ਸਾਡੇ ਕੋਲੇ ਆਪਣੀ ਲਿਖਤ ਲਿਖ ਕਰਕੇ। ਇਹ ਆਪਣੇ ਮਾਮਾ ਜੀ ਨੂੰ ਉਹ ਲਿਖਤ ਆਪਣੀ ਦੇ ਕਰਕੇ, ਆਪਣੀ ਹੱਥੀਂ ਲਿਖ ਕਰਕੇ ਸਾਡੇ ਪਾਸ ਭੇਜੇ। ਫਿਰ ਮਹਾਰਾਜ ਕਹਿੰਦੇ ਸਾਡੀ ਸਹਾਇਤਾ ਉਹਨੂੰ ਪ੍ਰਾਪਤ ਹੋਵੇਗੀ। ਇਹ ਗੱਲ ਉਸਨੂੰ ਕਹਿ ਦਿਓ ਕਿ ਫਿਰ ਤੈਨੂੰ ਦਿੱਲੀ ਦੀ ਬਾਦਸ਼ਾਹੀ ਵੀ ਮਿਲ ਜਾਵੇਗੀ, ਤੇਰੇ ਸਮੂਹ ਜਿਹੜੇ ਸ਼ਤਰੂ ਆ ਦੁਸ਼ਮਣ ਉਹਨਾਂ ਦਾ ਵੀ ਖਾਤਮਾ ਹੋ ਜਾਵੇਗਾ। ਤੇ ਤਾਰਾ ਆਜਮ ਨੂੰ ਅਸੀਂ ਆਪ ਜਾ ਕੇ ਮਾਰਾਂਗੇ। ਦਿੱਲੀ ਦੇ ਤਖਤ ਤੇ ਬਹਾਦਰ ਸ਼ਾਹ ਨੂੰ ਬਿਠਾ ਦਿਆਂਗੇ। ਪਰ ਜਦੋਂ ਤਖਤ ਤੇ ਬਹਿ ਜਾਵੇ ਨਾ ਫਿਰ ਸਾਡਾ ਸਵਾਲ ਪੂਰਾ ਕਰੇ। ਭਾਈ ਨੰਦ ਲਾਲ ਉਹਦੇ ਮਨ ਵਿੱਚ ਸਿਦਕ ਨਹੀਂ ਰਿਹਾ, ਮਨ ਦੇ ਵਿੱਚ ਪੂਰਾ ਭਰੋਸਾ ਨਹੀਂ ਰਿਹਾ, ਉਹ ਆਪਣੇ ਬੋਲਾਂ ਤੇ ਪੂਰਾ ਟਾਈਮ ਨਹੀਂ ਗਾ, ਇਸ ਕਰਕੇ ਦੇਰੀ ਲੱਗੀ ਹੈ। ਮਹਾਰਾਜ ਦਾ ਬਚਨ ਸੁਣ ਕੇ ਭਾਈ ਨੰਦ ਲਾਲ ਜੀ ਨੇ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ। ਇਹ ਸ੍ਰੀ ਪ੍ਰਭੂ ਜੀ ਤੁਸੀਂ ਤੇ ਸਾਰੇ ਥਾਵਾਂ ਤੇ ਵਸਦੇ, ਆਪ ਜੀ ਤੋਂ ਕੋਈ ਵੀ ਗੱਲ ਲੁਕੀ ਛਿਪੀ ਨਹੀਂ ਹੈ। ਮਹਾਰਾਜ ਤੁਸੀਂ ਨਿਤਾ ਪ੍ਰਤੀ ਅੰਦਰ ਦੀ ਜਾਣਨ ਵਾਲੇ, ਹਰੇਕ ਹਿਰਦੇ ਦੀ ਜਾਣਦੇ। ਮਹਾਰਾਜ ਦਾ ਆਪਣਾ ਬਚਨ ਵੀ ਹੈ ਨਾ, ਘਟ ਘਟ ਕੇ ਅੰਤਰ ਕੀ ਜਾਣਤ ਹੈ, ਭਲੇ ਬੁਰੇ ਕੀ ਵੀਰ ਸ਼ਾਂਤ। ਬੰਦਾ ਬੰਦੇ ਤੋਂ ਲੁਕਾ ਸਕਦਾ, ਸਾਧ ਸੰਗਤ ਜੀ ਗੁਰੂ ਸਾਹਿਬ ਤੋਂ ਕੁਝ ਨਹੀਂ ਲੁਕਾਇਆ ਜਾ ਸਕਦਾ। ਬੜੀਆਂ ਹੇਰੀਆਂ ਫੇਰੀਆਂ ਕਰਦਾ ਇਨਸਾਨ, ਬੰਦੇ ਨਾਲ ਤੇ ਕਰਦਾ ਹੀ ਹੈ, ਰੱਬ ਨਾਲ ਵੀ ਕਰੀ ਜਾਂਦਾ ਵੇ, ਗੁਰੂ ਨਾਲ ਵੀ ਕਰੀ ਜਾਂਦਾ। ਗੁਰੂ ਸਾਹਿਬ ਤੋਂ ਕੁਝ ਲੁਕਾਇਆ ਨਹੀਂ ਜਾ ਸਕਦਾ। ਬਿਨ ਬਕਣੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੇ, ਬਿਨ ਬੋਲਿਆ ਸਭ ਕੁਛ ਜਾਣਦਾ, ਬਿਨਾਂ ਬੋਲੇ ਸਾਰਾ ਕੁਝ ਜਾਣਨ ਵਾਲੇ ਸਤਿਗੁਰੂ। ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਤੁਸੀਂ ਸਾਰੇ ਥਾਵਾਂ ਤੇ ਵਸਦੇ ਹੋ,
ਤੇ ਹਰੇਕ ਸਰੀਰ ਦੀ ਹਰੇਕ ਹਿਰਦੇ ਦੇ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਹੋ। ਕਿਉ ਨਹਿ ਜਾਣੋ ਤਿਸ ਪੁਰਖ ਕਾਮੀ। ਕਿਉਂ ਨਹੀਂ ਮਹਾਰਾਜ ਜਾਣੋਗੇ ਤੇ ਇਸ ਦੇ ਹਿਰਦੇ ਦੀ ਜਿਹੜੀ ਕਮਜ਼ੋਰੀ ਹੈ, ਕਚਿਆਈ ਹੈ। ਮੈਂ ਆਸੀ ਅਬ ਕਰਤੈ ਕੀ। ਮੈਂ ਚੰਗੀ ਤਰ੍ਹਾਂ ਹੁਣ ਤਹਿਕੀਕ ਕਰਕੇ ਚੰਗੀ ਤਰ੍ਹਾਂ ਸਮਝਾਵਾਂਗਾ। ਦੇਖੋ ਤਿਸ ਕੀ ਜੋ ਭ੍ਰਮ ਲੀਕ। ਜੋ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਭਰਮ ਦੀ ਲੀਕ ਪਈ ਹੈ ਨਾ, ਉਹ ਭਰਮ ਉਹਦਾ ਦੂਰ ਕਰਾਂਗਾ ਮੈਂ ਸਮਝਾ ਕੇ। ਜਿਮ ਕਹਿ ਦੂਰਨ ਚੜਿਓ ਸਿਧਾਏ। ਇਸ ਤਰ੍ਹਾਂ ਕਹਿ ਕਰਕੇ ਛੇਤੀ ਨਾਲ ਚੜਿਆ ਹੈ ਭਾਈ ਨੰਦ ਲਾਲ। ਸੀਕਰ ਪਹੁੰਚਿਓ ਉਤਰਿਓ ਜਾਏ। ਛੇਤੀ ਨਾਲ ਪਹੁੰਚਿਆ ਆਗਰੇ ਦੇ ਇਲਾਕੇ ਵਿੱਚ, ਚੰਬਲ ਨਦੀ ਦੇ ਕਿਨਾਰੇ। ਮਿਲਿਓ ਬਹਾਦਰ ਸ਼ਾਹ ਸੁਨਾਏ। ਬਹਾਦਰ ਸ਼ਾਹ ਨੂੰ ਮਿਲਿਆ ਤੇ ਸਾਰੀ ਗੱਲ ਸੁਣਾਈ ਹੈ। ਕਰਤ ਜੰਗ ਸੰਕਲਪ ਪਠਾਇਓ। ਕਹਿੰਦੇ ਭਾਈ ਨੰਦ ਲਾਲ ਜੀ ਕਿ ਬਹਾਦਰ ਸ਼ਾਹ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਨਹੀਂ ਆ ਕੇ ਮਦਦ ਕੀਤੀ, ਤੇਰੇ ਮਨ ਵਿੱਚ ਜਦੋਂ ਤੂੰ ਜੰਗ ਵਿੱਚ ਚੜਿਆ ਨਾ, ਤੂੰ ਇਸ ਤਰ੍ਹਾਂ ਦਾ ਸੰਕਲਪ ਉਠਾਇਆ ਹੈ ਸਵਾਲ ਮੈਂ ਦੇਹੋ ਨਾਹੀ। ਕਿ ਜੇ ਕੋਈ ਕਠਿਨ ਸਵਾਲ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹ ਨਹੀਂ ਮੈਂ ਪੂਰਾ ਕਰਾਂਗਾ। ਸੋ ਸਭ ਲੱਗੀ ਪ੍ਰਭੂ ਮਨ ਮਾਹੀ। ਉਹ ਪ੍ਰਭੂ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਮਨ ਵਿੱਚ ਸਭ ਜਾਣ ਲਈ ਤੇ ਮੈਨੂੰ ਦੱਸ ਦਿੱਤਾ ਹੈ। ਆਪ ਜਾਤ ਗੁਰ ਲਿਖਤ ਤੁਮਾਰੀ। ਹੁਣ ਸਤਿਗੁਰਾਂ ਨੇ ਆਖਿਆ ਇਸ ਤਰ੍ਹਾਂ ਨਹੀਂ ਤੇਰੇ ਤੇ ਯਕੀਨ ਕਰਦੇ, ਤੂੰ ਪਹਿਲਾਂ ਲਿਖ ਕੇ ਦੇ, ਆਪਣੀ ਮੋਹਰ ਲਾ ਕੇ ਦੇ, ਆਪਣੇ ਸਾਈਨ ਕਰਕੇ ਦੇ, ਲਿਖ ਕੇ ਦੇ ਕਾਗਜ਼ ਉੱਤੇ ਕਿ ਜਿੱਤਣ ਤੋਂ ਬਾਅਦ ਸਾਡਾ ਸਵਾਲ ਇੱਕ ਪੂਰਾ ਮੰਨੇਗਾ, ਪੂਰਾ ਕਰੇਗਾ। ਮਾਤਲ ਭੇਜਿਓ ਸਾਂਗੇ ਉਜਾਰੇ। ਤੇ ਆਪਣੇ ਮਾਮਾ ਜੀ ਦੇ ਹੱਥ ਵਿੱਚ ਆਪਣੀ ਲਿਖਤ ਦੇ ਕਰਕੇ ਭੇਜ ਉੱਥੇ ਗੁਰੂ ਸਾਹਿਬ ਦੇ ਪਾਸ। ਪਾਤਰ ਜਮਾ ਕਰੋ ਤਨ ਕੀਰੀ। ਫਿਰ ਮਹਾਰਾਜ ਦੀ ਤਸੱਲੀ ਹੋਵੇਗੀ। ਤੂੰ ਜਦੋਂ ਲਿਖ ਕੇ ਆਪਣੇ ਮਾਮਾ ਜੀ ਦੇ ਪਾਸ ਭੇਜੇਗਾ ਬਹੁਤ ਵਿਜੈ ਵਿਗਤੇ ਹੋਏ ਤੇ ਤੇ ਬਾਅਦ ਵਿੱਚ ਫਿਰ ਤੇਰੀ ਤਾਰਾ ਆਜਮ ਕੇ ਦੁਸ਼ਮਣਾਂ ਦੇ ਉੱਤੇ ਤੇਰੀ ਜਿੱਤ ਹੋਵੇਗੀ। ਸੁਨਕੈ ਸ਼ਾਮ ਹਿਰਦੈ ਬਿਸਮਾਤਾ। ਬਹਾਦਰ ਸ਼ਾਹ ਇਹ ਗੱਲ ਸੁਣ ਕਰਕੇ ਹਿਰਦੇ ਵਿੱਚ ਹੈਰਾਨ ਹੋਇਆ। ਸਮਰੱਥ ਗੁਰ ਗੋਲਕ ਅਹਿਲਾਤਾ। ਜਾਣਿਆ ਵੀ ਗੁਰੂ ਸਾਹਿਬ ਤੇ ਸਰਬ ਕਲਾ ਸਮਰੱਥ। ਇਹ ਸਮਰੱਥ ਜਾਣਿਆ ਵੀ ਸੱਚੇ ਪਾਤਸ਼ਾਹ ਜੀ ਸਮਰੱਥ ਆ ਤੇ ਮੇਰੇ ਇਹ ਸਾਰੀ ਗੱਲਬਾਤ ਜਾਣ ਲਈ ਹੈ। ਮਨ ਕੀ ਜਾਨ ਲਈ ਸਭ ਬਾਤ। ਵੀ ਮੇਰੇ ਮਨ ਦੀ ਸਾਰੀ ਬਾਤ ਜਾਣ ਲਈ ਗੁਰੂ ਸਾਹਿਬ ਜੀ ਨੇ। ਆਪ ਸਹਾਇ ਹੋਏ ਹੈ ਦੇ ਦਾਤ। ਤੇ ਨਾਲੇ ਖੁਸ਼ ਵੀ ਹੋਇਆ ਹੈ, ਨਾਲੇ ਹੈਰਾਨ ਵੀ ਹੋਇਆ ਤੇ ਖੁਸ਼ ਵੀ ਹੋਇਆ। ਸਮਰੱਥ ਗੁਰ ਕੋ ਲਖ ਅਹਿਲਾਦਾ। ਅਹਿਲਾਦਾ ਕਹਿੰਦੇ ਆ ਖੁਸ਼ੀ ਹੋਈ ਵੀ ਹੈਰਾਨ ਇਸ ਕਰਕੇ ਹੋਇਆ ਵੀ ਇੱਥੇ ਮੈਂ ਪੁਰਨਾ ਕੀਤਾ ਤੇ ਮਹਾਰਾਜ ਜੀ ਉੱਥੇ ਜਾਣ ਲਿਆ। ਖੁਸ਼ੀ ਇਸ ਗੱਲ ਦੀ ਹੋਈ ਆ ਵੀ ਹੁਣ ਮੈਂ ਲਿਖ ਕੇ ਦੇ ਦੇਵਾਂਗਾ ਤੇ ਮੇਰੀ ਮਦਦ ਜ਼ਰੂਰ ਕਰਨਗੇ ਸਾਥੀ। ਇਸ ਕਰਕੇ ਮਨ ਕੀ ਜਾਣ ਲਈ ਸਭ ਬਾਤ ਅਬ ਸਹਾਏ ਹੋਏ ਹੈ ਦੇ ਦਾਤ। ਹੁਣ ਸਹਾਇਤਾ ਕਰਨਗੇ, ਸਹਾਈ ਹੋਣਗੇ ਤੇ ਮੈਨੂੰ ਦਾਤ ਦੇਣਗੇ। ਨਿਜ ਕਰ ਕੀ ਤਬ ਲਿਖਤ ਬੜਾਈ। ਆਪਣੇ ਹੱਥ ਦੀ ਲਿਖਤ ਉਸ ਵੇਲੇ ਕਰਕੇ ਭੇਜ ਦਿੱਤੀ ਹੈ। ਇੱਕ ਸਵਾਲ ਮੈਂ ਦਿਓ ਬਣਾਈ। ਉਹਦੇ ਉੱਤੇ ਆਪਣੇ ਵੱਲੋਂ ਲਿਖ ਦਿੱਤਾ ਹੈ ਕਿ ਮੈਂ ਜਿੱਤਣ ਤੋਂ ਬਾਅਦ ਇੱਕ ਸਵਾਲ ਮਹਾਰਾਜ ਆਪ ਜੀ ਦਾ ਜੋ ਹੈ ਉਹ ਮੈਂ ਕਰਾਂਗਾ ਪੂਰਾ। ਹਾਕਮ ਰਾਏ ਹਟਿਓ ਅਨਮਾਤਲ। ਹਾਕਮ ਰਾਏ ਨੂੰ ਭੇਜਿਆ ਤੇ ਨਾਲੇ ਆਪਣੇ ਮਾਮਾ ਜੀ ਨੂੰ ਭੇਜਿਆ। ਕਹਿ ਬਿਨਤੀ ਬਖਸ਼ੋ ਜਨਤਾ ਤਲ। ਇਸ ਤਰ੍ਹਾਂ ਬੇਨਤੀ ਵੀ ਕੀਤੀ ਕਿ ਮਹਾਰਾਜ ਬਖਸ਼ ਦਿਓ ਮੈਨੂੰ, ਮੈਂ ਆਪ ਜੀ ਦੇ ਸੇਵਕਾਂ ਦੇ ਬਰਾਬਰ ਹਾਂ। ਏਕਵੰਤ ਬਾਹਨ ਚੜ ਗਏ। ਇਸ ਤਰ੍ਹਾਂ ਬਹੁਤ ਛੇਤੀ ਨਾਲ ਜਾਣ ਵਾਲੇ ਵਾਹਨ ਉੱਤੇ ਚੜ ਕੇ ਗਏ। ਗੁਰ ਟਿਕ ਆਏ ਸੀਕਰ ਦਰਸੈ। ਗੁਰੂ ਸਾਹਿਬ ਦੇ ਪਾਸ ਛੇਤੀ ਪਹੁੰਚ ਕੇ ਦਰਸ਼ਨ ਕੀਤੇ। ਬੰਦਨ ਕਰ ਹੁਣ ਸਕਲ ਸੁਨਾਈ। ਨਮਸਕਾਰ ਕਰਕੇ ਸਾਰੀ ਬੇਨਤੀ ਸੁਣਾਈ ਬਖਸ਼ੋ ਭੂਲ ਤੁਮੇ ਬਨ ਆਈ। ਤੇ ਬੇਨਤੀ ਕੀਤੀ ਮਹਾਰਾਜ ਬਹਾਦਰ ਸ਼ਾਹ ਨੂੰ ਬਖਸ਼ ਦਿਓ, ਆਪ ਜੀ ਨੂੰ ਇਹ ਬਾਣ ਆਉਂਦਾ ਆ, ਭੁੱਲਾਂ ਬਖਸ਼ਦੇ ਹੋ। ਮੋਹਰ ਆਪਣੀ ਸਹੀ ਲਗਾਏ। ਆਪਣੀ ਮੋਹਰ ਵੀ ਉੱਤੇ ਬਹਾਦਰ ਸ਼ਾਹ ਨੇ ਲਾਈ ਹੈ, ਜਿਹਦੇ ਉੱਤੇ ਲਿਖ ਕੇ ਭੇਜਿਆ। ਇਸ ਮੈਂ ਸੰਸੈ ਕੋਏ ਨ ਪਾਏ। ਇਹਦੇ ਵਿੱਚ ਕੋਈ ਸੰਸਾ ਨਹੀਂ ਹੈ। ਜਾਨ ਗੁਲਾਮ ਸਹਾਈ ਕਰੀ ਮਹਾਰਾਜ ਮੈਨੂੰ ਆਪਣੇ ਘਰ ਦਾ ਗੁਲਾਮ ਜਾਣ ਕੇ ਮੇਰੀ ਮਦਦ ਕਰੋ। ਵਿਜੈ ਕਿਰਪਾ ਧਨ ਸਰਤਨ ਦੀਜੈ। ਨਾਲੇ ਮਹਾਰਾਜ ਜਿੱਤ ਕਰੋ ਮੇਰੀ, ਨਾਲੇ ਦਿੱਲੀ ਦੀ ਬਾਦਸ਼ਾਹੀ ਦਵੋ। ਦੇਖ ਦੀਨ ਨਿਜ ਬਿਰਦ ਸੰਭਾਰਾ। ਇਸ ਤਰ੍ਹਾਂ ਬਹਾਦਰ ਸ਼ਾਹ ਨੂੰ ਝੁਕਿਆ ਜਾਣ ਕੇ, ਦੀਨ ਹੋਇਆ ਜਾਣ ਕੇ, ਦੁਖੀ ਹੋਇਆ ਜਾਣ ਕੇ ਆਪਣੇ ਨਿਜ ਬਿਰਦ ਨੂੰ ਸੰਭਾਲਿਆ ਹੈ। ਮਹਾਰਾਜ ਦਾ ਨਿੱਜੀ ਬਿਰਦ ਹੈ, ਧਰਮ ਹੈ, ਜੋ ਸ਼ਰਨ ਆਵੈ ਇਸ ਕੰਠ ਲਾਵੈ ਉਹ ਬਿਰਦ ਸੁਆਮੀ ਸੰਤ।
ਮਹਾਰਾਜ ਸਾਹਿਬ ਜੀ ਨੇ ਆਪਣੇ ਬਿਰਦ ਦੀ ਸਾਂਭ ਕੀਤੀ ਹੈ। ਫਿਰ ਧੀਰਜ ਦੇਣ ਵਾਸਤੇ ਬਚਨ ਉਚਾਰਿਆ। ਮਹਾਰਾਜ ਕਹਿੰਦੇ ਹੁਣ ਤੁਸੀਂ ਜਾਓ ਉਹ ਹਾਕਮ ਰਾਏ ਨੂੰ, ਤੇ ਇਸੇ ਤਰ੍ਹਾਂ ਬਹਾਦਰ ਸ਼ਾਹ ਦੇ ਮਾਮਾ ਜੀ ਨੂੰ ਆਖਿਆ ਕਿ ਹੁਣ ਤੁਸੀਂ ਜਾਓ ਤੇ ਜਾ ਕੇ ਬਹਾਦਰ ਸ਼ਾਹ ਨੂੰ ਜੰਗ ਦੇ ਵਿੱਚ ਚੜਾਓ। ਉਸ ਨੂੰ ਕਹਿ ਦਿਓ ਕਿ ਅਸੀਂ ਜੰਗ ਦੇ ਵਿੱਚ ਹੀ ਆ ਕੇ ਦਰਸ਼ਨ ਦੇਵਾਂਗੇ। ਜਦੋਂ ਜੰਗ ਹੋ ਰਿਹਾ ਹੋਵੇਗਾ ਨਾ ਉਦੋਂ ਆਵਾਂਗੇ ਸਿੰਘਾਂ ਸਮੇਤ, ਉੱਥੇ ਹੀ ਮੇਲ ਹੋਣਗੇ। ਹੁਣ ਜੰਗ ਦੇ ਵਿੱਚ ਦਰਸ਼ਨ ਦੇਵਾਂਗੇ। ਨਾਲੇ ਇਹ ਗੱਲ ਕਹਿ ਦਿਓ ਵੀ ਤਾਰਾ ਆਜਮ ਨੂੰ ਅਸੀਂ ਆ ਕੇ ਮਾਰਾਂਗੇ। ਕੁਝ ਹੋਰ ਉਹਦੇ ਜਿਹੜੇ ਵੱਡੇ ਅਹੁਦੇਦਾਰ ਮੁਰਾਬ ਆ ਨਾ, ਉਹਨਾਂ ਦੇ ਸਮੇਤ ਤਾਰਾ ਆਜਮ ਨੂੰ ਮਾਰਾਂਗੇ। ਜਦੋਂ ਇਸ ਤਰ੍ਹਾਂ ਦੇ ਚਿੰਨ੍ਹ ਤੁਸੀਂ ਜਾਣ ਲਵੋ, ਵੇਖ ਲਵੋ। ਬਹਾਦਰ ਸ਼ਾਹ ਨੂੰ ਇਹ ਗੱਲ ਕਹਿ ਦਿਓ ਕਿ ਜਦੋਂ ਅਸੀਂ ਪਹੁੰਚ ਜਾਈਏ ਨਾ ਤੇ ਚਿੰਨ੍ਹ ਨਿਸ਼ਾਨੀਆਂ ਸਾਡੀਆਂ ਦੇਸੀ ਪੈਣੀਆਂ, ਤੈਨੂੰ ਵੀ ਸਾਡੇ ਨਿਸ਼ਾਨ ਝੁਲਦੇ ਦਿਸ ਪੈਣੇ ਆ। ਸਾਡੀਆਂ ਫੌਜਾਂ ਵੱਖਰਾ ਹੀ ਰੰਗ ਰੂਪ ਹੈ ਖਾਲਸੇ ਦਾ। ਜਦੋਂ ਇਸ ਤਰ੍ਹਾਂ ਦੇ ਚਿੰਨ੍ਹ ਵੇਖ ਲਵੇਂ ਤੇ ਫਿਰ ਤੂੰ ਹਟ ਜਾਵੀਂ ਜੰਗ ਕਰਨ, ਫਿਰ ਪਛਾਣ ਹੋ ਜਾਵੀਂ ਤੂੰ। ਪਰ ਹੁਣ ਮਾਰੇ ਕਹਿੰਦੇ ਤੁਸੀਂ ਜਾਓ ਤੇ ਜਾ ਕੇ ਦੋਵਾਂ ਭਰਾਵਾਂ ਨੂੰ, ਵੀ ਬਹਾਦਰ ਸ਼ਾਹ ਨੂੰ ਤੇ ਇਹ ਤਾਰਾ ਆਜਮ ਨੂੰ, ਤੇ ਭਲੀ ਪ੍ਰਕਾਰ ਜਾ ਕਰਕੇ ਜੰਗ ਦਾ ਮੁਕਾਬਲਾ ਕਰਾਓ ਦੋਨਾਂ ਦਾ। ਮਾਰੇ ਕਹਿੰਦੇ ਜਾਣ ਹੁਣ ਕਿ ਤਾਰਾ ਆਜਮ ਤੇ ਮਾਰੀ ਗਿਆ। ਡਰ ਤੋਂ ਰਹਿਤ ਹੋ ਕੇ, ਚਿੰਤਾ ਤੋਂ ਰਹਿਤ ਹੋ ਕਰਕੇ ਜੰਗ ਕਰੋ। ਹਾਂ ਉੱਥੇ ਕਾਇਰ ਹੋ ਕੇ, ਡਰਪੋਕ ਹੋ ਕੇ, ਕਮਜ਼ੋਰ ਹੋ ਕੇ ਸੰਕੋਚ ਨਾ ਕਰੋ। ਉਤਸ਼ਾਹ ਧਾਰਨ ਕਰਕੇ ਜੰਗ ਨੂੰ ਵੇਖੋ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਦੇ ਅਮੋਲਕ ਬਚਨ ਸੁਣ ਕੇ ਹਿਰਦੇ ਦੀ ਭਾਵਨਾ ਨਾਲ ਨਮਸਕਾਰ ਕਰਕੇ ਚੱਲਣਾ ਚਾਹਿਆ ਹੈ। ਉਹ ਲਿਖਤ ਬਹਾਦਰ ਸ਼ਾਹ ਦੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਰੱਖੀ ਹੈ। ਬੜੀ ਛੇਤੀ ਕੀਤੀ ਅਤੇ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ। ਸਾਰਾ ਪਿੰਡ ਤੈਅ ਕਰਕੇ ਤੇ ਚੰਬਲ ਨਦੀ ਦੇ ਪਾਸ ਆ ਗਏ, ਆਗਰੇ ਦੇ ਲਾਗੇ ਇਲਾਕੇ 'ਚ। ਬਹਾਦਰ ਸ਼ਾਹ ਨੂੰ ਮਿਲੇ ਤੇ ਸਾਰੀ ਗੱਲਬਾਤ ਸੁਣਾਈ। ਆਖਿਆ ਬਹਾਦਰ ਸ਼ਾਹ ਸਵੇਰ ਹੁੰਦੇ ਹੁਣ ਸੰਸੇ ਸਾਰੇ ਤਿਆਗ ਦੇ। ਤਾਰਾ ਆਜਮ ਦੀ ਫੌਜ ਦਾ ਮੁਕਾਬਲਾ ਕਰਕੇ ਤੇ ਉਹਦੇ ਨਾਲ ਲੜਨ ਲੱਗ ਪਵੋ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਹਾ ਹੋਇਆ ਮਿਥਿਆ ਨਹੀਂ ਹੋਵੇਗਾ, ਝੂਠਾ ਨਹੀਂ ਹੋਵੇਗਾ। ਹੁਣ ਤਾਂ ਤੂੰ ਭਲੀ ਪ੍ਰਕਾਰ ਹੀ ਪਤਿਆਵਾ ਲੈ ਹੀ ਲਿਆ ਨਾ, ਕਿ ਤੇਰੇ ਮਨ ਦਾ ਪੁਰਨਾ ਵੀ ਉਹਨਾਂ ਬੁੱਝ ਕੇ ਉੱਥੇ ਦੱਸ ਦਿੱਤਾ। ਸਕਲ ਤਿਆਰੀ ਕੀਨ ਬਨਾਏ। ਕਰ ਮਸਲਤ ਨਿਸਮੈ ਸਕਲ, ਰਾਤ ਦੇ ਮੌਕੇ ਤੇ ਸਾਰੀ ਸਲਾਹ ਕੀਤੀ ਆ, ਤਿਆਰੀ ਕੀਨ ਬਣਾਏ। ਅਗਲੇ ਦਿਨ ਜੰਗ ਕਰਨ ਦੀ ਹੈ ਚੰਗੀ ਤਰ੍ਹਾਂ ਤਿਆਰੀ ਕੀਤੀ ਬਹਾਦਰ ਸ਼ਾਹ ਨੇ ਆਪਣੀਆਂ ਫੌਜਾਂ ਨਾਲ ਮਿਲ ਕਰਕੇ। ਜਦੋਂ ਸਵੇਰਾ ਹੋਇਆ ਨਾ ਤੇ ਸਵੇਰ ਹੁੰਦਿਆਂ ਫਿਰ ਛੇਤੀ ਦੇ ਨਾਲ ਹੀ ਨਗਾਰੇ ਵਜਾ ਦਿੱਤੇ, ਵਾਜੇ ਵਜਾ ਦਿੱਤੇ। ਹਾਂ ਫਿਰ ਫੌਜਾਂ ਦਾ ਜੰਗ ਸ਼ੁਰੂ ਹੋ ਗਿਆ, ਤੋਪਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਹਾਂ ਪਾਸੇ ਦੇ ਦਲ ਚੜ ਪਏ, ਗੁੱਸਾ ਬੜਾ ਧਾਰਨ ਕੀਤਾ ਹੋਇਆ ਹੈ। ਛੁਤਰੀ ਕਹੀਏ ਕਿ ਊਠਾਂ ਉੱਤੇ ਰੱਖੇ ਹੋਏ ਨਗਾਰੇ ਵੱਜੇ, ਪਟੇ ਨਗਾਰੇ ਵੱਜੇ। ਉਹ ਜਿਵੇਂ ਆ ਬੈਠ ਬਾਜੇ ਜੇ ਵਾਲਿਆਂ ਦੇ ਕੋਲੇ ਹੁੰਦਾ ਨਾ, ਉਹ ਲੋਹੇ ਦੀਆਂ ਸੀਖਾਂ ਦੀਆਂ ਤੇ ਅੱਗੇ ਉਹ ਗੇਂਦ ਜੀ ਲਾਈ ਹੁੰਦੀ ਉਹਨਾਂ ਤੇ ਉਹਦੇ ਨਾਲ ਨਗਾਰਾ ਵੱਡਾ ਸਾਰਾ ਵਜਾਉਂਦੇ, ਉਹਨੂੰ ਪਟਾ ਕਹਿ ਦਿੰਦੇ, ਪਟੇ। ਉਸ ਕਿਸਮ ਦੇ ਨਗਾਰੇ ਵੱਜੇ। ਬੜੀਆਂ ਭਿਆਨਕ ਆਵਾਜ਼ਾਂ ਜਿਹੜੀਆਂ ਭੇਰੀਆਂ ਦੀਆਂ ਉਸ ਵੇਲੇ ਹੋਈਆਂ। ਬੰਦੂਕਾਂ ਦੇ ਤੇ ਤੋਪਾਂ ਦੇ ਵੀ ਸ਼ਬਦ ਆਵਾਜ਼ਾਂ ਗੂੰਜਾਂ ਪਈਆਂ। ਦੋਵਾਂ ਪਾਸੇ ਦੇ ਬਹੁਤੇ ਸੂਰਮੇ ਬੋਲੇ ਤੇ ਰੌਲਾ ਮੱਚ ਗਿਆ।
ਧਾਰ ਨਭ ਅੰਧ ਧੁੰਦ ਹੋ ਗਈ, ਚਾਰ ਚਪੇਰੇ ਡੰਡ ਰੌਲੀ ਪੈ ਗਈ, ਧੂਆਂ ਧਾਰ ਆਕਾਸ਼ ਵਿੱਚ ਹੋ ਗਿਆ। ਧੂਰ ਧੂਰੀ ਆਸਾਦਤ ਰਹਿ ਸਭ ਦੋਵਾਂ ਪਾਸੇ ਦੇ ਘੋੜੇ ਤਗੜ ਤਗੜ ਕਰਕੇ ਭੱਜਦੇ ਆ, ਉਹਨਾਂ ਦੇ ਸੁੰਮਾਂ ਦੇ ਨਾਲ ਪੌੜਾਂ ਦੇ ਨਾਲ ਧੂੜ ਉੱਡਦੀ ਹੈ ਤੇ ਸਾਰਾ ਪਾਸਾ ਜਿਹੜਾ ਉਹ ਢੱਕਿਆ ਗਿਆ ਧੂੜ ਨਾਲ। ਤੁਮਰ ਤੀਰ ਤਰਾਤਰ ਚੱਲੇ ਤੋਮਰ ਵਰਸ਼ਿਆਂ ਦਾ ਨਾਮ ਹੈ, ਵਰਸ਼ੇ ਤੇ ਤੀਰ ਉਹ ਲਗਾਤਾਰ ਚੱਲੇ। ਵਾਰ ਵਾਰ ਰਿਪਕਾਵਤ ਹੱਲੇ ਵਾਰ ਵਾਰ ਦੁਸ਼ਮਣ ਕਹਿੰਦੇ ਹੱਲਾ ਜਿਹੜਾ ਘੱਲ ਕੇ ਆਉਂਦਾ ਹੈ। ਉਤ ਤਾਰਾ ਆਦਮ ਸੁਧਰ ਕੇ ਉਧਰਲੇ ਪਾਸੇ ਤਾਰਾ ਆਜਮ ਬੜਾ ਗੁੱਸਾ ਧਾਰਨ ਕਰਕੇ ਤੇਰੇ ਲਸ਼ਕਰ ਪੂਛ ਉਚਰ ਕੇ ਆਪਣੀਆਂ ਫੌਜਾਂ ਨੂੰ ਉੱਚੀ ਉੱਚੀ ਬੋਲ ਕੇ ਪ੍ਰੇਰਿਆ ਹੈ। ਕਹਾਂ ਹੋਇ ਤੁਮ ਕੋ ਉਮਰਾ ਕਹਿੰਦਾ ਵੀ ਤੁਹਾਨੂੰ ਕੀ ਹੋ ਗਿਆ ਉਮਰਾਓ ਅਹੁਦੇਦਾਰੋ। ਬੈਠਕ ਸਭਾ ਭਗਤ ਗਰਬਾ ਜਦੋਂ ਮੇਰੀ ਸਭਾ 'ਚ ਬੈਠੇ ਸੀ ਹੰਕਾਰ ਨਾਲ ਬੜਾ ਉੱਚੀ ਉੱਚੀ ਬੋਲਦੇ ਸੀ, ਉਦੋਂ ਤੁਸੀਂ ਵੀ ਸਾਡੇ ਸਾਹਮਣੇ ਬਹਾਦਰ ਸ਼ਾਹ ਕੀ ਹੈ, ਉਹਦੀ ਕਿੰਨੀ ਕੁ ਫੌਜ ਤੇ ਹੁਣ ਤੁਹਾਨੂੰ ਕੀ ਹੋ ਗਿਆ, ਤੁਹਾਡੇ ਬਲ ਨੂੰ ਤੁਹਾਡੀ ਤਾਕਤ ਨੂੰ। ਵੱਡੇ ਵੱਡੇ ਮਨ ਸਭ ਤੁਮ ਪਾਏ ਤੁਸੀਂ ਵੱਡੇ ਵੱਡੇ ਅਹੁਦੇ ਪ੍ਰਾਪਤ ਕੀਤੇ, ਵੱਡੇ ਵੱਡੇ ਇਨਾਮ ਪ੍ਰਾਪਤ ਕੀਤੇ ਹਨ। ਨਿਮਕ ਹਰਾਮ ਸਾਮਨੇ ਆਏ ਉਹ ਨਿਮਕ ਹਰਾਮ ਹੁਣ ਜੰਗ ਦੇ ਮੈਦਾਨ ਵਿੱਚ ਕੰਮ ਨਹੀਂ ਆ ਰਹੇ ਹੋ ਤੁਸੀਂ, ਤੁਹਾਡੀ ਤਾਕਤ ਨੂੰ ਕੀ ਹੋ ਗਿਆ। ਕਹਾਂ ਹਲਕ ਰਿਪੂ ਦਲ ਹੈ ਇਹ ਦੁਸ਼ਮਣ ਦਾ ਬਹਾਦਰ ਸ਼ਾਹ ਦਾ ਜਿਹੜਾ ਦਲ ਹੈ ਇਹ ਥੋੜਾ ਜਿਹਾ ਕੀ ਹੈ ਤੁਹਾਡੇ ਸਾਹਮਣੇ। ਲੜ ਲੜ ਤੁਮਰੀ ਸਮਤਾ ਲਹਿ ਉਹ ਲੜ ਲੜ ਕੇ ਤੁਹਾਡੀ ਬਰਾਬਰਤਾ ਲੈ ਰਿਹਾ ਹੈ। ਤੁਹਾਡੇ ਕੋਲੇ ਕਿੰਨੀ ਲੱਖ ਫੌਜ ਹੈ, ਉਹਨਾਂ ਕੋਲੇ ਥੋੜੀ ਜਿਹੀ ਫੌਜ ਹੈ। ਲਸ਼ਕਰ ਗਾਮ ਆਪਨੋ ਘਟੋ ਆਪਣਾ ਕਿੰਨਾ ਜ਼ਿਆਦਾ ਘਣਾ ਲਸ਼ਕਰ ਹੈ। ਜਿਸ ਤੇ ਬਾਤ ਨ ਕੀਚਕ ਬਨੋ ਇਸ ਕਰਕੇ ਕਹਿੰਦੇ ਵੀ ਥੋੜਾ ਜਿੰਨਾ ਵੀ ਜਿਹੜਾ ਰੰਚਕ ਮਾਤਰ ਵੀ ਆਪਣਾ ਕਾਰਜ ਨਹੀਂ ਸੌਰ ਰਿਹਾ। ਪਿਆਰੇ ਪ੍ਰਾਨ ਸਿਤੇ ਸੋ ਮਿਲੇ ਤੁਸੀਂ ਆਪਣੇ ਪ੍ਰਾਣ ਹੀ ਪਿਆਰੇ ਕਰ ਲਏ ਆ ਕਿ ਉਹਨਾਂ ਨਾਲ ਮਿਲ ਗਏ ਹੋ, ਤੇ ਬਹਾਦਰ ਸ਼ਾਹ ਦੀ ਫੌਜ ਨਾਲ ਮਿਲ ਰਹੇ ਹੋ, ਜਿਸ ਕਰਕੇ ਆਪਣਾ ਕਾਰਜ ਰਾਸ ਨਹੀਂ ਹੋ ਰਿਹਾ। ਵੇਖੋ ਅਲਗ ਸੁਆਵਤ ਮਿਲੇ ਵੇਖੋ ਥੋੜੇ ਦੀ ਫੌਜ ਹੈ ਬਹਾਦਰ ਸ਼ਾਹ ਦੀ ਤੇ ਉਹ ਆਪਾਂ ਨੂੰ ਦਬਾਈ ਜਾਂਦੀ ਹੈ। ਸਕਲ ਸੈਨਪਤ ਡਾਟਨ ਕਰੇ ਜਿੰਨੇ ਸੈਨਾਪਤੀ ਸੀ ਨਾ ਸਾਰਿਆਂ ਨੂੰ ਤਾਰਾ ਆਜਮ ਨੇ ਡਾਟ ਪਾਈ ਹੈ। ਕਹਿ ਵੱਡੇ ਹੋ ਜਾਨ ਜਨ ਕਰੇ ਹਾਂ ਆਪਣੇ ਨਾਲ ਦੇ ਵਜ਼ੀਰਾਂ ਨੂੰ ਭੇਜ ਕੇ ਨਾ ਇਸੇ ਤਰ੍ਹਾਂ ਉਹਨਾਂ ਨੂੰ ਭੇਜ ਕਰਕੇ ਜਿੱਥੇ ਜਿੱਥੇ ਖਲੋਤੇ ਸੀ ਉੱਥੇ ਉੱਥੇ ਉਹਨਾਂ ਨੂੰ ਆਖਿਆ ਹੈ। ਇਤੇ ਆਦਿਕ ਕਹਿ ਸਿੰਭੋ ਇਸ ਤੋਂ ਆਦਿਕ ਕਿਹਾ ਹੈ ਤੇ ਸੁਣਿਆ ਹੈ। ਕਰ ਕੇ ਪ੍ਰੇਰਣ ਜੋਵਾ ਫੌਜ ਨੂੰ ਚੰਗੀ ਤਰ੍ਹਾਂ ਪ੍ਰੇਰਨ ਵਾਸਤੇ ਹਮਲਾ ਸਭ ਉਮਰਾਵਨ ਚਾਹ ਫਿਰ ਸਾਰਿਆਂ ਉਮਰਾਵਾਂ ਨੇ ਹਮਲਾ ਕਰਨਾ ਚਾਹਿਆ ਹੈ। ਤੇਰੇ ਉਹ ਨਕੀਬ ਭਲ ਕਰਨ ਤਾਂ ਬਾਹਾ ਨਕੀਬ ਜਿਹੜਾ ਹੈ ਉਹ ਫਿਰਿਆ ਸਾਰੇ ਪਾਸੇ ਚੋਬਦਾਰ, ਉਹ ਸਾਰੇ ਪਾਸੇ ਬੋਲਦਾ ਆ ਫਿਰਿਆ ਹੈ ਕਿ ਤਿਆਰ ਬਰ ਤਿਆਰ ਹੋ ਕੇ ਸ਼ਾਹ ਦੇ ਨਾਲ ਹਮਲਾ ਕਰੋ। ਲਾਖੋਂ ਲਸ਼ਕਰ ਉਮੜੇ ਐਸੇ ਹੁਣ 22 ਲੱਖ ਫੌਜ ਸੀ, ਕਹਿੰਦੇ ਵੀ ਇਸ ਤਰ੍ਹਾਂ ਸਾਰਾ ਜਿਹੜਾ ਲਸ਼ਕਰ ਹੈ ਸਾਰੀ ਫੌਜ ਹੈ ਉਛਲ ਕੇ ਚੱਲਿਆ ਹੈ। ਸਾਗਰ ਜੁਦ ਜਲ ਜੰਤਰ ਜੈਸੇ ਜਿਵੇਂ ਸਮੁੰਦਰ ਉਛਾਲਾ ਮਾਰ ਕੇ ਚੱਲਦਾ ਹੈ, ਜਿਵੇਂ ਸਾਗਰ ਉਛਲ ਕੇ ਚੱਲਦਾ ਹੈ ਤੇ ਉਹਦੇ ਵਿੱਚ ਜਲ ਜੰਤੂ ਦੇ, ਇਸ ਤਰ੍ਹਾਂ ਕਹਿੰਦੇ ਤਾਰਾ ਆਜਮ ਦੀ 22 ਲੱਖ ਫੌਜ ਉਤਸ਼ਾਹ ਦੇ ਨਾਲ ਚੱਲੀ ਹੈ। ਨਕਰ ਹੈ ਮਕਰ ਬਕਾਰਾ ਜਿਹੜੇ ਹਾਥੀ ਆ ਉਹਨਾਂ ਵਿੱਚ ਹਾਥੀਆਂ ਵਾਲੀ ਫੌਜ ਸੀ, ਉਹ ਜਾਣੋ ਕਿ ਤੰਦੂਏ ਦੀ ਤਰ੍ਹਾਂ ਉਹ ਮਗਰਮੱਛਾਂ ਦੀ ਤਰ੍ਹਾਂ ਚੱਲ ਪਏ। ਜਿਹੜੇ ਘੋੜਿਆਂ ਵਾਲੀ ਫੌਜ ਹੈ ਇਹ ਜਾਣੋ ਕਹਿੰਦੇ ਵੀ ਮੱਛੀਆਂ ਦੇ ਆਕਾਰ ਹਨ। ਤੁਖੈ ਪਲੀਤੇ ਪੜਵਾ ਝਾਰਾ ਤੇ ਜਿਹੜੇ ਪਲੀਤੇ ਧੁੱਖ ਰਹੇ ਹਨ ਤੋਪਾਂ ਚਲਾਉਣ ਵਾਸਤੇ ਬੰਦੂਕਾਂ ਚਲਾਉਣ ਵਾਸਤੇ, ਇਹ ਜਾਣੋ ਵੀ ਜਿਵੇਂ ਬੜਵਾ ਅੱਗ ਜਿਹੜੀ ਹੈ ਉਹ ਮੱਚ ਰਹੀ ਹੈ। ਸਮੁੰਦਰ 'ਚ ਬੜਵਾ ਅੱਗ ਮੱਚਦੀ ਹੁੰਦੀ ਹੈ ਨਾ, ਕਹਿੰਦੇ ਵੀ ਜਾਣੋ ਇਹ ਫੌਜ ਇੱਕ ਸਮੁੰਦਰ ਆ ਉਛਲ ਕੇ ਚੱਲ ਪਿਆ। ਪਲੀਤੇ ਧੁੱਖ ਰਹੇ ਜਿਹੜੇ ਇਹ ਬੜਵਾ ਅੱਗ ਨਹੀਂ ਸਮੁੰਦਰ ਦੀ ਅੱਗ ਮੱਚ ਰਹੀ ਹੈ। ਸਬਰੀ ਅਲਗ ਅਸਲ ਕਰਵਾਰ ਜੋ ਸਾਰਿਆਂ ਨੇ ਤਲਵਾਰਾਂ ਨੰਗੀਆਂ ਕੱਢੀਆਂ ਹੋਈਆਂ ਇਹ ਜਾਣੋ ਛੋਟੀਆਂ ਛੋਟੀਆਂ ਮੱਛੀਆਂ ਹਨ। ਤਲਵਾਰਾਂ ਜਿਹੜੀਆਂ ਮੱਛੀਆਂ ਸਮੁੰਦਰ 'ਚ ਛੋਟੀਆਂ ਮੱਛੀਆਂ ਵੀ ਹੁੰਦੀਆਂ ਹਨ, ਕਹਿੰਦੇ ਇਹ ਜਿਵੇਂ ਮੱਛੀਆਂ ਦੀ ਤਰ੍ਹਾਂ। ਪੈਦਲ ਗਨ ਜਲ ਜੀਵ ਹਜ਼ਾਰੇ ਜਿਹੜੀ ਪੈਦਲ ਫੌਜ ਜਾ ਰਹੀ ਹੈ ਤਾਰਾ ਆਜਮ ਦੀ, ਇਹ ਜਾਣੋ ਕਿ ਜਲ ਜੰਤੂ ਹਨ ਹਜ਼ਾਰਾਂ ਦੀ ਤਰ੍ਹਾਂ, ਸਤ ਦੇਲਾ ਮੇਰੀ ਆਪ ਦੇ ਸਾਲਾ ਜੋ ਇੱਕੇ ਦਮ ਇਹ ਬਹੁਤ ਭੱਜ ਭੱਜ ਕੇ ਫੌਜ ਜਾ ਰਹੀ ਹੈ। ਇਹ ਜਾਣੋ ਕਿ ਸਮੁੰਦਰ ਜਿਹੜਾ ਉਛਲ ਕੇ ਆਪਣੇ ਕੰਢਿਆਂ ਤੋਂ ਬਾਹਰ ਚਲੇ ਗਿਆ ਮਰਿਆਦਾ ਛੱਡ ਕੇ। ਪਹਿਲੇ ਉਹ ਮਹਾਂ ਵੇਦ ਤੇ ਜਲ ਇਸ ਤਰ੍ਹਾਂ ਜਾਲਾ ਕਹੀਏ ਵੀ ਇਹ ਜਿਵੇਂ ਜਾਲ ਪਾਣੀ ਜਿਹੜਾ ਹੈ ਉਹ ਬਹੁਤਾ ਦੂਰ ਤੀਕ ਫੈਲ ਜਾਂਦਾ ਹੈ, ਇਸ ਤਰ੍ਹਾਂ ਸਾਰੀ ਫੌਜ ਫੈਲੀ ਹੋਈ ਹੈ। ਬੜੋ ਰੂਪ ਖਾਨਾ ਤਬ ਚੱਲ ਵੱਡਾ ਹੀ ਤੋਪਖਾਨਾ ਜਿਹੜਾ ਉਹ ਵੀ ਚੱਲ ਪਿਆ। 10,000 ਵੱਡੀਆਂ ਤੋਪਾਂ ਸੀ ਵਿੱਚ,
ਉਹ ਵੱਡਾ ਤੋਪਖਾਨਾ ਤੁਰ ਪਿਆ ਹੈ। ਛੁਟੇ ਜੰਬੂਰੇ ਸ਼ਬਦ ਧਰਮ ਤੇ ਜੰਬੂਰੇ ਵੀ ਛੁੱਟ ਪਏ, ਉਹ ਵੀ ਚੱਲ ਪਿਆ। 50,000 ਜੰਬੂਰੇ ਸੀ ਤਾਰਾ ਆਜਮ ਦੀ ਫੌਜ ਦੇ ਵਿੱਚ, ਛੋਟੀਆਂ ਤੋਪਾਂ, ਉਹ ਵੀ ਬੜੇ ਭਿਆਨਕ ਆਵਾਜ਼ ਨਾਲ ਚੱਲ ਪਈਆਂ। ਇਸ ਤਰ੍ਹਾਂ ਵੱਡੀਆਂ ਤੋਪਾਂ ਤੇ ਛੋਟੀਆਂ ਤੋਪਾਂ ਦੀ ਚੱਲਣ ਦੀ ਆਵਾਜ਼ ਤੜ ਭੜ ਕਰਕੇ ਹੋਈ, ਤਾੜ ਤਾੜ ਕਰਕੇ ਚੱਲੀਆਂ। ਹਾਂ, ਗੋਲੇ ਜਦੋਂ ਮਾਰੇ ਤੇ ਕਈ ਉੱਡ ਗਏ ਉਸ ਵੇਲੇ ਜਿਨ੍ਹਾਂ ਦੇ ਜਾ ਕੇ ਵੱਜੇ। ਬਹਾਦਰ ਸ਼ਾਹ ਦਾ ਇਧਰੋਂ ਦਲ ਹਿੱਲ ਗਿਆ। ਚਾਰ ਚੁਫੇਰੇ ਵੱਡੀ ਗਿਣਤੀ ਵਿੱਚ ਫੌਜ ਆਉਂਦੀ ਵੇਖ ਕਰਕੇ ਡਰ ਗਿਆ ਬਹਾਦਰ ਸ਼ਾਹ। ਧਰਮ ਸਿੰਘ ਬੈਠਿਓ ਵਿਚਾਰੇ, ਇਹਦੇ ਨਾਲ ਹੀ ਹਾਥੀ ਤੇ ਬੈਠਾ ਹੋਇਆ ਸੀ ਭਾਈ ਧਰਮ ਸਿੰਘ। ਹੁਣ ਬਹਾਦਰ ਸ਼ਾਹ ਭਾਈ ਧਰਮ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਦੀ ਗਾਥਾ ਬੇਨਤੀ ਕਰਦਾ ਹੈ। ਕਹਿੰਦਾ ਭਾਈ ਧਰਮ ਸਿੰਘ ਜੀ, ਗੁਰੂ ਕੇ ਸਿੰਘ ਜੀ, ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਉੱਤੇ ਵਿਸ਼ਵਾਸ ਕੀਤਾ ਹੈ। ਮੈਂ ਰਾਜ ਦੀ ਆਸ ਧਾਰਨ ਕਰਕੇ ਲੜਨ ਲੱਗ ਪਿਆ ਕਿ ਨਹੀਂ ਤਾਂ ਮੈਂ ਕਿੱਥੇ ਆ, ਥੋੜੀ ਤਾਕਤ ਵਾਲਾ, ਤੇ ਮੇਰਾ ਭਰਾ ਤਾਰਾ ਆਜਮ ਕਿੱਥੇ ਹੈ, 22 ਲੱਖ ਫੌਜ ਵਾਲਾ। ਜਿਸ ਤਾਰਾ ਆਜਮ ਦੇ ਕੋਲੇ ਸਾਰੀ ਪਵਤਾਈ ਹੈ, ਸਾਰੀ ਵਡਿਆਈ ਹੈ। ਹੁਣ ਤੀਕ ਮੈਂ ਅੜਿਆ ਰਿਹਾ, ਲੜਦਾ ਰਿਹਾ ਹਾਂ ਤਾਰਾ ਆਜਮ ਆਪਣੇ ਭਰਾ ਦੀਆਂ ਫੌਜਾਂ ਅੱਗੇ। ਭਾਈ ਧਰਮ ਸਿੰਘ ਜੀ ਵੇਖੋ, ਹੁਣ ਤੀਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਕੇ ਸਹਾਈ ਨਹੀਂ ਹੋਏ, ਹੁਣ ਤੀਕ ਨਹੀਂ ਪਹੁੰਚੇ, ਹੁਣ ਤੀਕ ਮੈਂ ਅੜਿਆ ਹੀ ਰਿਹਾ ਹਾਂ। ਕਿਤੇ ਐਸਾ ਤਾਂ ਨਾ ਹੋਵੇਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਦਲੇਰੀ ਦੇ ਕੇ ਭੇਜ ਦਿੱਤਾ ਇੱਧਰ ਨੂੰ, ਕਿਤੇ ਮੈਨੂੰ ਮਰਵਾ ਹੀ ਨਾ ਦੇਣ, ਜੰਗ ਕਰਾ ਕੇ ਵੀ ਦਲੇਰੀ ਦੇ ਕੇ ਭੇਜ ਦਿੱਤਾ ਤੇ ਮੈਨੂੰ ਮਰਵਾ ਹੀ ਨਾ ਦੇਣ ਇੱਥੇ। ਕਿਤੇ ਮੇਰੇ ਪਿਤਾ ਔਰੰਗਜ਼ੇਬ ਦੀ ਜਿਹੜੀ ਫਟਿਆਈ ਆ ਉਹ ਮੇਰੇ ਤੋਂ ਤਾਂ ਨਹੀਂ ਲੈ ਰਹੇ, ਉਹ ਬਦਲਾ ਤਾਂ ਨਹੀਂ ਲੈ ਰਿਹਾ ਮੇਰੇ ਤੋਂ। ਭਾਈ ਧਰਮ ਸਿੰਘ ਜੀ ਕਿਤੇ ਇਸ ਤਰ੍ਹਾਂ ਕਰਕੇ ਤੇ ਨਹੀਂ ਮੇਰੀ ਰੱਖਿਆ ਵਾਸਤੇ ਆ ਨਹੀਂ ਰਹੇ ਸਤਿਗੁਰੂ। ਭਾਈ ਧਰਮ ਸਿੰਘ ਜੀ ਹੱਥ ਜੋੜ ਕਰਕੇ ਅਰਦਾਸ ਕਰੀਏ, ਬੇਨਤੀ ਕਰੀਏ ਵੀ ਸਤਿਗੁਰੂ ਜੀ ਦਾਸ ਜਾਣ ਕਰਕੇ ਮਾਰੇ ਪਹੁੰਚੋ। ਭਾਈ ਧਰਮ ਸਿੰਘ ਜੀ ਨੇ ਕਹਿ ਕਰਕੇ ਧੀਰਜ ਦਿੱਤਾ। ਆਖਿਆ ਬਹਾਦਰ ਸ਼ਾਹ ਸਾਵਧਾਨ ਹੋ, ਮੁਕਾਬਲਾ ਕਰ, ਮਨ ਢਿੱਲਾ ਨਾ ਕਰ, ਦੀਨ ਮਨ ਨਾ ਹੋ। ਜਦੋਂ ਬਹੁਤਾ ਗਾੜਾ ਤਕੜਾ ਹੱਲਾ ਹੋ ਗਿਆ, ਭੇੜ ਮੱਚ ਗਿਆ। ਵੇਖੀ ਜਦੋਂ ਜ਼ਿਆਦਾ ਹੀ ਹੱਲਾ ਮੱਚਿਆ ਨਾ, ਸਤਿਗੁਰੂ ਉਸੇ ਵੇਲੇ ਆ ਹਾਜ਼ਰ ਹੋਣਗੇ, ਸਹਾਇਤਾ ਕਰਨਗੇ। ਸਤਿਗੁਰੂ ਦਾ ਜਿਹੜਾ ਦਾਸ ਬਣ ਜਾਵੇ ਨਾ, ਉਹਦੀ ਮਦਦ ਕਰਦੇ ਸਤਿਗੁਰੂ, ਛਲ ਨਹੀਂ ਕਰਦੇ ਆਪਣੇ ਦਾਸ ਦੇ ਨਾਲ, ਕੱਪ ਨਹੀਂ ਕਰਦੇ। ਦਾਸ ਬਣ ਜਾਵੇ ਸਹੀ ਕੋਈ ਗੁਰੂ ਕਾ, ਤੇ ਗੁਰੂ ਸਾਹਿਬ ਦੀ ਉਹਦੀ ਰੱਖਿਆ ਕਰਦੇ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਬਹਾਦਰ ਸ਼ਾਹ ਸਤਿਗੁਰਾਂ ਨੇ ਆਪਣੇ ਮੁਖ ਤੋਂ ਆਖਿਆ ਵਾ ਕਿ ਤੇਰੀ ਜਿੱਤ ਕਰਾਵਾਂਗੇ, ਤੇ ਜਿਵੇਂ ਕਿਵੇਂ ਵੀ ਤੇਰੀ ਜਿੱਤ ਕਰਾਉਣਗੇ। ਬਹਾਦਰ ਸ਼ਾਹ ਕਹਿੰਦਾ ਧਰਮ ਸਿੰਘ ਜੀ ਹੁਣ ਤਾਂ ਲੋੜ ਵਾ ਸਤਿਗੁਰਾਂ ਦੀ ਸਹਾਇਤਾ ਦੀ, ਮੇਰੀ ਫੌਜ ਜਿਹੜੀ ਉਹ ਵੇਖੋ ਮਾਰੀ ਜਾ ਰਹੀ ਹੈ, ਹੁਣ ਸਤਿਗੁਰਾਂ ਦੀ ਮਦਦ ਦੀ ਲੋੜ ਹੈ। ਜੇ ਗੁਰੂ ਸਾਹਿਬ ਹੁਣ ਨਾ ਹਾਜ਼ਰ ਹੋਏ ਤੇ ਮੇਰਾ ਡੇਰਾ ਸਾਰਾ ਲੁੱਟਿਆ ਜਾਣਾ, ਤਬਾਹ ਹੋ ਜਾਣਾ ਹੈ। ਵੇਖੋ ਹੁਣ ਜ਼ੋਰ ਮੱਚ ਗਿਆ ਹੈ ਜੰਗ ਦਾ। ਵੇਖੋ ਸੂਰਮਿਆਂ ਦਾ ਜਿਹੜਾ ਹੱਲਾ ਹੈ ਉਹ ਕਾਲੀਆਂ ਬਦਲਦੀਆਂ ਘਟਾ ਦੀ ਤਰ੍ਹਾਂ ਫੌਜ ਚੜ ਕੇ ਆ ਰਹੀ ਹੈ। ਵੇਖੋ ਤਾਰਾ ਆਜਮ ਵਿੱਚ ਖਲੋਤਾ ਹੋਇਆ ਹੈ, ਆਪਣੇ ਅਹੁਦੇਦਾਰਾਂ ਜਰਨੈਲਾਂ ਦੇ ਉੱਤੇ ਕਰੋਧੀ ਹੋਇਆ ਪਿਆ ਹੈ। ਵੇਖੋ ਏਡੀ ਵੱਡੀ ਗਿਣਤੀ ਵਿੱਚ ਫੌਜ ਹਮਲਾ ਕਰਕੇ ਕਾਲੀਆਂ ਘਟਾਂ ਦੀ ਤਰ੍ਹਾਂ ਆ ਰਹੀ ਹੈ, ਤੇ ਮੇਰੀ ਥੋੜੀ ਜਿਹੀ ਫੌਜ ਤਾਰਾ ਆਜਮ ਦੇ ਅੱਗੇ ਕਿਵੇਂ ਖਲੋਵੇਗੀ। ਮੇਰੀ ਫੌਜ ਤਾਂ ਇਸ ਤਰ੍ਹਾਂ ਹੈ ਜਿਵੇਂ ਆਟੇ ਵਿੱਚ ਲੂਣ ਹੁੰਦਾ ਹੈ। ਤਾਰਾ ਆਜਮ ਦੀ ਫੌਜ ਤੇ ਆਟੇ ਦੀ ਤਰ੍ਹਾਂ ਜ਼ਿਆਦੀ ਹੈ, ਤੇ ਜਿਵੇਂ ਆਟੇ ਵਿੱਚ ਥੋੜਾ ਜਿਹਾ ਲੂਣ ਪਾਈਦਾ, ਮੇਰੀ ਫੌਜ ਤਾਂ ਆਟੇ ਦੇ ਵਿੱਚ ਲੂਣ ਦੀ ਤਰ੍ਹਾਂ ਹੈ। ਜੇ ਹੁਣ ਮੇਰੀ ਫੌਜ ਭੱਜ ਗਈ ਫਿਰ ਦੁਬਾਰਾ ਯਤਨ ਨਹੀਂ ਕੋਈ ਬਣੇਗਾ। ਇਸ ਕਰਕੇ ਭਾਈ ਧਰਮ ਸਿੰਘ ਜੀ ਤੁਸੀਂ ਅਰਦਾਸ ਕਰੋ ਹੱਥ ਜੋੜ ਕੇ ਸਤਿਗੁਰਾਂ ਦੇ ਪਾਸ।
जी हुण पहुँच जाण धन गुरु गोबिंद सिंह जी, नहीं तो मेरी हार हो चली, मैं मारिया जावांगा, मेरी फौज जिहड़ी सारा डेरा लुटिया जाएगा। भाई धर्म सिंह जी तुसीं अरदास करो कि प्रभु जी हुण आ करके अपना जोर घालण। महाराज साहब जी अपनी हुण ताकत दे समेत हाजिर होण, पहुंचण जंग दे मैदान विच ते तारा आजम नूं मार देण ते सारे उमराव जिहड़े है वेख करके हार जाण। जदों बहुते तरले पाए ना बहादुर शाह ने, फिर भाई धर्म सिंह ने अरदास कर दी, आखिया धन श्री गुरु गोबिंद सिंह जी महाराज हुण कृपा करो ते हाजिर होवो। महाराज हुण समा है रखिया करन दा। महाराज बहादुर शाह हुण तरले पाउंदा है ते अपना सेवक जान के सहाई हो जावो। महाराज आप जी दा बिरद है जिहड़ा चरण विच पै जावे ओहदी तुसीं रखिया करदे हो। जो शरण आवे तिस कंठ लावे बिरद स्वामी संदा मारे। हुण आप जी दी शरण विच आया है, बेनतियां करदा मनो, कृपा करो अपने बिरद की संभाल करो। हाथी उत्ते बैठिया ने अरदास की ते दोवां ने शीश झुकाया, भाई धर्म सिंह ने ते बहादुर शाह ने भी हथ जोड़ के मत्था टेकिया। अरदास असल में जदों बंदा बहुता दुख विच घिरिया होवे उदों अंदरों निकलदी है। भाई धर्म सिंह जी तो पहलों ही जुड़े हुए अंदरों महाराज के नाल, पर बहादुर शाह जो चार चफेरे होना है घिरिया पिया ना, दीदी हुण मौत ही आ, जित तक इत्थे हासिल होनी मौत ही आ, हार भी जावांगा ते मर भी जावांगा। फिर अंदरों निकली है जिहड़ी अरदास दुख विच निकलदी है, सुख विच कित्थे निकलदी है। अज जदों कोई पुरानी चढ़ाई कर जावे, जिन्ना इकट्ठ उस वेले गुरु ग्रंथ साहिब जी दी हजूरी विच हुंदा, लावां हुंदियां ही आ, विआह हुंदे ही आ, लावां मौके किन्ना क इकट्ठ हुंदा। लावां मौके ते कहंदे एवें काहदे वास्ते जाना, 4 क जाने जांदे आ लावां कराउण वास्ते, सारे पैलस ते बैठे रहिंदे। इस करके दुख दे समय अरदास अंदरों निकलदी है। तो उस मौके के उत्ते भाई धर्म सिंह जी ने अरदास की ते दोवां ने हाथी ते बैठे ही, फिर बहादुर शाह ने भी शीश झुकाया है। बहादुर शाह के हृदय विच बड़ी चिंता पैदा हो रही है। इधर उधर हाथी ते बैठा ही निगाह फेरदा भी किसी पासे दिस पैन हुण गुरु गोबिंद सिंह जी तारा आजम का दल ते चढ़िया आउंदा है, वो ते हमला करी जाता है। हौली हौली मेरे जेडे फौज वा वो हटती जा रही, पिछां नूं भजदी जा रही है। जिवें जिवें इहदे फौज के सिपाही पिछां नूं भजदे जांदे ना, उवें उवें इहदे मन विच संसा बहुता पैदा हुंदा जांदा है ते हिरदे च निश्चय जिहा इस तरह करदा कि अज मैं बचांगा नहीं। जंग मचिया होया ते विच ही मैं मारिया जावांगा। अंदरों बेनतियां ही निकली जांदियां भी हे सतगुरु हुण आप जी दी आस है एक मैनू, महाराज हुण पहुंचो तो मेरी लाज निभाओ। वार वार धन श्री गुरु गोबिंद सिंह जी, धन श्री गुरु गोबिंद सिंह जी कहंदा है, वार वार नमस्कार ही करी जांदा है, मत्था ही टेकी जांदा बहादुर शाह। हे सतगुरु मेरी फौज हुण शिकस्त खा के, हुण मार खा के मारे पिछां तुर पई है। दुश्मन की फौज वड्डी गिणती विच वेख करके महाराज वड्डा हल्ला हो रहा है, मेरी फौज के हृदय विच हौसला नहीं रह गया, धीरज नहीं रह गई। बस इन्ना समा ही सी ते धन गुरु गोबिंद सिंह जी सामने दिस पे दिखाई दे। सत श्री अकाल। सामने धन गुरु गोबिंद सिंह महाराज ने दिखाई दे दी है फौज दे विच। नाल शहीद सिंघां दी फौज है महाराज साहब जी दे नाल। निशान साहब भी बेनती है, धन गुरु गोबिंद सिंह महाराज दे नाल सिंघां दी फौज आ, शहीदां सिंघां दी फौज ते नाल निशान साहब केसरी ते नीले निशान झुलदे आ, उन्हां दे फरके झुल रहे आ ते विच बाजां वाले सतगुरु खलोते होए आ, घोड़े दे उत्ते बैठे हन। ते इक्के वारी आके फिर सिंघां ने ऐसा हमला कीता ना उन्हां दी फौज ते तारे आ जांदे, जानो कि जिवें बाज टुट के पैंदा पंछियां दे उत्ते।
जैसे लवा बाज से, जिवें कहते भी बटेरा बाज के कोलों डरदा ना, तो इस तरीके दे नाल सिंघां दे कोल फिर तुर्कां दी फौज डरन लगी ते भजन लगी। फिर सिंघां ने इस तरह हमला कीता, इक्के वारी जिवें बाज टुट के पैंदा है। धर्म सिंह अवलोकत बोला। भाई धर्म सिंह जी हाथी उत्ते बैठे बहादुर शाह दे नाल देखदियां गुरु गोबिंद सिंह जी नूं बोल पए, इको शाह त्यागो बरहौला। कहंदे ओ सामने वेखो बहादुर शाह श्री गुरु गोबिंद सिंह जी आ गए। हुण जिहड़ा तेरे हिरदे झौल पैंदा ना वो छड्ड दे, आ गए बाजां वाले सतगुरु, कलगियां वाले सतगुरु, हुण तेरी जिੱਤ वा। फिर धन गुरु गोबिंद सिंह महाराज किवें मुकाबला करदे आ, किवें तारा नूं मारदे, किवें बहादुर शाह नूं साध संगत जी तख्त दिवाउंदे आ। वो कल दे प्रसंग दे विच अगे आ जावे। गुरु जी दे पावनी इतिहास दी विचार साझी करदे आ। होइयां भुल्लां चुकां दी सतगुरु जी गुर संगत जी गुनाह देवी देहो सज्जणे असीसड़ियां जो हो गए साहिब सिंह। हे गोविंद हे गोपाल हे दयाल लाल, प्राणनाथ अनाथ सके दीन दर्द निवार। हे समरथ अगम पूरन मोहे मया तार, अंधकूप महाभयान नानक पारे उतार। आए रब शरणागति कृपा नित दयाल, एक अक्षर हर मन बसत नानक होत निहाल। आए रब शरणागति कृपा नित दयाल, एक अक्षर हर मन बसत नानक होत निहाल। कथा निता प्रत होत है सुनो सिंह सुजान, नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।